There are a lot of employers, they are still looking for skilled workforce, actually ਉਹਨਾਂ ਨੂੰ ਨਹੀਂ ਮਿਲ ਰਹੇ, ਤਦੇ ਹੀ ਤਾਂ ਬਾਹਰੋਂ ਲੋਕ LMIA ਲੈ ਕੇ ਆ ਰਹੇ। ਸੋ ਬੇਸਿਕਲੀ ਸਕਿੱਲ ਨਹੀਂ ਪੈਦਾ ਕੀਤੀ, PR ਪੈਦਾ ਕੀਤੇ। ਜੇ ਮੇਰੇ ਕਿਸੇ ਕਲਾਸ ਦੇ ਵਿੱਚ 100 ਦੇ 100 ਸਟੂਡੈਂਟ ਹੀ ਲੈਟਸ ਸੇ ਇੰਡੀਆ ਜਾਂ ਪਾਕਿਸਤਾਨ ਜਾਂ ਬੰਗਲਾਦੇਸ਼ ਤੋਂ ਹੋਣਗੇ ਤਾਂ ਓਬਵੀਅਸਲੀ ਮੈਂ ਬੰਗਲਾਦੇਸ਼ ਦੇ ਹਿਸਾਬ ਦੇ ਨਾਲ ਹੀ ਪੜ੍ਹਾਊਂਗਾ, ਮੈਂ ਉੱਦਾਂ ਦੇ ਇੰਸਟਰਕਟਰ ਰੱਖੂੰਗਾ। ਅੱਛਾ, ਜਿਹੜੇ ਵੈਸੇ ਆਪਣੇ ਕਮਲਜੀਤ ਜੀ ਜਿਹੜੇ ਪ੍ਰਾਈਵੇਟ ਜਾਂ ਜਿਹੜੇ ਹੋਰ ਕਾਲਜਸ ਨੇ ਉਹਨਾਂ 'ਚ ਕਈਆਂ ਬਾਰੇ ਤਾਂ ਇਹ ਕਿਹਾ ਗਿਆ ਕਿ ਉਹਨਾਂ 'ਚ 100% ਸਟੂਡੈਂਟ ਹੀ ਫੋਰਨ ਸਟੂਡੈਂਟਸ। ਕਿੰਨੇ ਕੁ ਕਾਲਜਸ ਇਹੋ ਜਿਹੇ ਹੋਣਗੇ? ਕਿਉਂਕਿ ਕਈ ਵਾਰ ਹੈਰਾਨੀ ਹੁੰਦੀ ਹੈ, ਕਿਉਂਕਿ ਸਾਨੂੰ ਤਾਂ ਹੁਣ ਐਂ ਲੱਗਣ ਲੱਗ ਗਿਆ ਵੀ ਕਾਲਜਸ ਦਾ ਮਤਲਬ ਹੀ ਇੰਟਰਨੈਸ਼ਨਲ ਸਟੂਡੈਂਟ ਹੁੰਦਾ। ਹੁਣ ਇਹਦਾ ਜ਼ਰੂਰੀ ਨਹੀਂ ਕਿ ਜਿੰਨੇ ਵੀ ਪਲੰਬਰ ਹੈ ਜੀ ਸਾਰਿਆਂ ਨੂੰ ਜੋਬ ਮਿਲਦੀ ਹੈ। ਇਹ ਵੀ ਨਹੀਂ ਹੈ ਕਿ ਜਿੰਨੇ ਵੀ ਪਰਸਨਲ ਸਪੋਰਟ ਵਰਕਰ ਸਾਨੂੰ ਮਤਲਬ 80 to 90% ਹੈਗੇ ਆ ਜਿਨ੍ਹਾਂ ਨੂੰ ਮਿਲਦੀ ਹੈ। ਇਹਦੇ ਵਿੱਚ ਚਾਂਸਿਸ ਪ੍ਰੋਬੇਬਿਲਿਟੀ ਆਫ ਫਾਈਂਡਿੰਗ ਅ ਜੋਬ ਇਜ਼ 80 to 90%। ਸਰਟਨ ਸੈਕਟਰਸ ਹੈਗੇ ਜਿੱਥੇ ਪ੍ਰੋਬੇਬਿਲਿਟੀ ਆਫ ਫਾਈਂਡਿੰਗ ਅ ਜੋਬ 10% ਹੈ ਔਰ ਈਵਨ 5% ਹੈ। ਤਾਂ ਅਸੀਂ ਕਿਉਂ ਉੱਧਰਲੇ ਪਾਸੇ ਜਿੱਥੇ ਜਾਈਏ ਜਿੱਥੇ 5 to 10% ਦੀ ਪ੍ਰੋਬੇਬਿਲਿਟੀ ਹੈ। ਅਤੇ ਗੱਲਬਾਤ ਅਸੀਂ ਜੋ ਕਾਲਜਸ ਦੀ ਗੱਲ ਕਰਨੀ ਹੈ, ਅਤੇ ਦੁਬਾਰਾ ਅਸਲ 'ਚ ਧਿਆਨ ਜਦੋਂ ਤੋਂ ਫੈਡਰਲ ਗੌਰਮੈਂਟ ਨੇ ਇੰਟਰਨੈਸ਼ਨਲ ਸਟੂਡੈਂਟ ਵੀਜ਼ਾ ਪ੍ਰੋਗਰਾਮ ਦੇ ਉੱਤੇ ਕੁਛ ਕੈਪ ਲਾਉਣ ਦਾ ਐਲਾਨ ਕੀਤਾ, ਉਸ ਤੋਂ ਬਾਅਦ ਬੜੇ ਸਾਲਾਂ ਬਾਅਦ ਜਿਹੜੇ ਭੁੱਲ ਹੀ ਗਏ ਸੀ ਸਾਡੇ ਡੋਮੈਸਟਿਕ ਸਟੂਡੈਂਟ, ਉਹਨਾਂ ਵੱਲ ਧਿਆਨ ਗਿਆ ਕਿ ਜਿਹੜੇ ਕਾਲਜਸ ਨੇ ਹੁਣ ਉਹਨਾਂ ਦੀ ਜ਼ਰੂਰਤ ਹੈ। ਅਤੇ ਔਰ ਸਾਡੀ ਜਿਹੜੀ ਲੇਬਰ ਮਾਰਕੀਟ ਹੈ ਉਸ ਵਿੱਚ ਸਕਿਲਡ ਵਰਕਰ ਪੈਦਾ ਕਰਨ 'ਚ ਕਾਲਜਸ ਦਾ ਬਹੁਤ ਵੱਡਾ ਯੋਗਦਾਨ ਸੀ। ਪਰ ਕਿਉਂਕਿ ਪਿਛਲੇ ਟਾਈਮ 'ਚ ਇੱਕ ਗਰੀਡ ਹਾਵੀ ਹੋ ਗਈ, ਸੋ ਉਹਦੇ ਕਰਕੇ ਸਾਰੇ ਦਾ ਸਾਰਾ ਫੋਕਸ 4 ਗੁਣਾ ਫੀਸ ਦੇ ਉੱਤੇ ਇੰਟਰਨੈਸ਼ਨਲ ਸਟੂਡੈਂਟ ਵੱਲ ਲੱਗ ਗਿਆ, ਜਿਹਦੇ ਨਾਲ ਲੇਬਰ ਮਾਰਕੀਟ 'ਚ ਪਤਾ ਨਹੀਂ ਕਿ ਕਿੰਨੀ ਕੰਟਰੀਬਿਊਸ਼ਨ ਹੋਈ ਜਾਂ ਕਿਹੋ ਜਿਹੀ ਹੋਈ ਹੈ, ਪਰ ਜਿਹੜੇ ਡੋਮੈਸਟਿਕ ਸਟੂਡੈਂਟਸ ਤੋਂ ਲਗਭਗ ਧਿਆਨ ਹੀ ਪਾਸੇ ਹੋ ਗਿਆ ਸੀ। ਸੋ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਉਸ ਪਾਸੇ ਵਾਪਸ ਸਾਡੇ ਜਿਹੜੇ ਪੋਸਟ ਸੈਕੰਡਰੀ ਅਦਾਰੇ ਨੇ ਸੋਚਣਗੇ। ਸੋ ਉਸ ਬਾਰੇ ਅਸੀਂ ਗੱਲਬਾਤ ਕਰਾਂਗੇ, ਅਤੇ ਗੱਲਬਾਤ ਕਰਨ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਕੈਮਵਾਲ ਨੇ, ਜਿਹੜੇ ਕਿ CIMT ਕਾਲਜ ਦੇ ਪ੍ਰੈਜ਼ੀਡੈਂਟ ਨੇ ਅਤੇ ਐਜੂਕੇਸ਼ਨ ਸੈਕਟਰ ਨਾਲ, ਇਸ ਸੈਕਟਰ ਨਾਲ ਬੜੇ ਲੰਬੇ ਸਮੇਂ ਤੋਂ ਜੁੜੇ ਹੋਏ ਨੇ। ਕਮਲਜੀਤ ਜੀ, ਕੀ ਹਾਲ ਚਾਲ ਨੇ ਤੁਹਾਡੇ? ਬੜੀ ਗੱਲ ਸ਼ਮੀਲ ਜੀ। ਅਤੇ ਇਹ ਗੱਲ ਸਹੀ ਹੈ ਜਿਹੜੀ ਮੈਂ ਕਹਿ ਰਿਹਾ ਕਿ ਵੀ ਹੁਣ ਅਸੀਂ ਭੁੱਲੇ ਬੈਠੇ ਸੀ ਵੀ ਲੋਕਲ ਸਟੂਡੈਂਟ ਵੀ ਹੁੰਦੇ ਨੇ? ਬਿਲਕੁਲ ਬਿਲਕੁਲ ਜੀ। ਇਨ ਅਦਰ ਵਰਡਸ ਐਕਚੁਅਲੀ ਕਿ ਸਾਡਾ ਮਤਲਬ ਬਿਕਾਜ਼ ਆਫ ਦ ਇੰਟਰਨੈਸ਼ਨਲ ਸਟੂਡੈਂਟ ਇੰਨੀ ਮਤਲਬ ਇਕੋਨਮੀ ਦੇ ਵਿੱਚ ਕੰਟਰੀਬਿਊਟ ਕਰ ਰਹੇ ਸੀਗੇ, ਸੋ ਉਹ ਇੱਕ ਐਂਗਲ ਭੁੱਲ ਗਏ ਸੀਗੇ। ਤਾਂ ਫੋਕਸ ਜ਼ਿਆਦਾ PR ਅਤੇ ਪੋਸਟ ਗ੍ਰੈਜੂਏਟ ਵਰਕ ਪਰਮਿਟ 'ਤੇ ਚਲੇ ਗਿਆ ਸੀਗਾ, ਨਾ ਕਿ ਜੋਬਸ ਅਤੇ ਕਰੀਅਰਸ ਦੇ ਉੱਤੇ। ਕਿ ਤੁਹਾਨੂੰ ਕੋਈ ਸਕਿੱਲ ਚਾਹੀਦੀ ਹੈ ਜਿਹਦੇ ਨਾਲ ਤੁਸੀਂ ਕੋਈ ਜੋਬ ਮਿਲ ਸਕੇ ਅਤੇ ਤੁਸੀਂ ਅਲੱਗ-ਅਲੱਗ ਸੈਕਟਰ ਲਈ ਆਪਣੇ ਆਪ ਨੂੰ ਤਿਆਰ ਕਰਨਾ। ਜੀ। ਉਹ ਮੈਨੂੰ ਤਾਂ ਇਸ ਤਰ੍ਹਾਂ ਵੀ ਲੱਗਦਾ ਕਿ ਕਈ ਵਾਰੀ ਜਿਹੜੇ ਡੋਮੈਸਟਿਕ ਸਟੂਡੈਂਟ ਹੈ ਉਹ ਵੀ ਇਹੀ ਸੋਚਣ ਲੱਗਦੇ ਸੀ ਖਰੇ PGWP ਤੋਂ ਬਾਅਦ ਹੀ ਖਰੇ ਜੋਬ ਮਿਲਣੀ ਆ। ਅੱਛਾ, ਸੋ ਬੇਸਿਕਲੀ ਪੜ੍ਹਾਈ ਦਾ ਮਕਸਦ ਹੋ ਗਿਆ ਸੀ PR ਲੈਣਾ, ਨਾ ਕਿ ਸਕਿੱਲ ਲੈਣਾ, ਨਾ ਕਿ ਸਕਿੱਲ ਲੈਣਾ। ਬਿਲਕੁਲ ਜੀ। ਪੂਰੇ ਦਾ ਪੂਰਾ ਕੌਨਸੈਪਟ ਹੀ ਡਿਸਟੋਰਟ ਕਰ ਦਿੱਤਾ ਗਿਆ ਸੀ। ਹਾਂਜੀ। I think it's so much of things are happening, especially ਅਸੀਂ ਬਰੈਂਪਟਨ ਵਿੱਚ ਰਹਿੰਦੇ ਹਾਂ ਤਾਂ ਅਸੀਂ ਤਾਂ ਨੋਟਿਸ ਕਰਦੇ ਹਾਂ ਕਿ ਇਹ ਕਲਚਰ ਜਿਹਾ ਡਿਵੈਲਪ ਹੋ ਗਿਆ ਸੀਗਾ ਜੀ, ਕਿ ਆਮ ਮਿਸ ਇਨਫੋਰਮੇਸ਼ਨ ਵੀ ਇਹਦੇ ਨਾਲ ਐਡ ਹੋ ਗਈ ਸੀਗੀ ਕਿ ਆਮ ਸਟੂਡੈਂਟਸ ਵੀ ਜਿਹੜੇ ਨਵੇਂ ਆਉਂਦੇ ਸੀਗੇ ਉਹਨਾਂ ਨੂੰ ਵੀ ਇਹ ਲੱਗਦਾ ਸੀਗਾ ਕਿ ਵੀ PR ਜੇ ਮਿਲ ਗਈ ਜਾਂ ਸਾਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲ ਗਿਆ ਤਾਂ ਖਰਿਆ ਸਾਰਾ ਕੁਛ ਹੀ ਮਿਲ ਗਿਆ। ਮਤਲਬ ਜ਼ਿੰਦਗੀ ਦਾ ਗੋਲ ਹੀ PR ਲੈਣਾ ਹੋ ਗਿਆ ਜੀ, ਨਾ ਕਿ ਸਟੱਡੀ ਦਾ ਜਿਹੜਾ ਰੀਅਲ ਪਰਪਸ ਹੁੰਦਾ ਕਿ ਤੁਸੀਂ ਲੇਬਰ ਮਾਰਕੀਟ ਦੀ ਆਪਣੇ ਆਪ ਨੂੰ ਤਿਆਰ ਕਰਨਾ। ਜੀ। ਇਸੇ ਕਰਕੇ ਤਾਂ ਸ਼ੋਰਟੇਜ ਆਫ ਹਜੇ ਵੀ ਜੋਬਸ ਹੈਗੀਆਂ ਜੀ ਇਨ ਸਕਿਲਡ ਕੈਟੇਗਰੀ ਦੇ ਵਿੱਚ। There are a lot of employers, they are still looking for skilled workforce, actually ਉਹਨਾਂ ਨੂੰ ਨਹੀਂ ਮਿਲ ਰਹੇ, ਤਦੇ ਹੀ ਤਾਂ ਬਾਹਰੋਂ ਲੋਕ LMIA ਲੈ ਕੇ ਆ ਰਹੇ। ਸੋ ਬੇਸਿਕਲੀ ਸਕਿੱਲ ਨਹੀਂ ਪੈਦਾ ਕੀਤੀ, PR ਪੈਦਾ ਕੀਤੇ। ਹਾਂਜੀ, ਇਸ ਤਰ੍ਹਾਂ ਕਹਿ ਸਕਦੇ ਹਾਂ ਕਾਲਜਸ ਨੇ ਪਿਛਲੇ ਕਈ ਸਾਲਾਂ 'ਚ। ਜੀ। ਕਿਉਂਕਿ ਉਦੋਂ ਇੱਦਾਂ ਵੀ ਹੁੰਦਾ ਜੀ, ਜਦੋਂ ਨਾ ਫੋਕਸ ਹੀ ਕਿਸੇ ਵੀ ਇੰਸਟੀਟਿਊਸ਼ਨਸ ਦਾ ਚੇਂਜ ਹੋ ਕੇ ਇੱਕ ਔਰ ਜਾਂ ਸਟੂਡੈਂਟ ਦਾ ਵੀ ਫੋਕਸ PR 'ਤੇ ਟਿਕ ਜਾਂਦਾ ਹੈ ਤਾਂ ਕੁਆਲਿਟੀ ਆਫ ਐਜੂਕੇਸ਼ਨ ਵੀ ਅਫੈਕਟ ਹੋ ਜਾਣ ਲੱਗ ਪੈਂਦੀ ਹੈ। ਨਾ ਪੜ੍ਹਨ ਵਾਲੇ ਤਾਂ ਨਾ ਪੜ੍ਹਾਉਣ ਵਾਲੇ, ਦੋਨੋਂ ਹੀ ਸੋਚਣ ਲੱਗ ਪੈਂਦੇ ਆ ਕਿ ਵੀ ਇਹਨਾਂ ਦਾ ਪਰਪਸ, ਇਹਨਾਂ ਦਾ ਓਬਜੈਕਟਿਵ ਵੀ ਤਾਂ PGWP ਆ ਜਾਂ PR ਆ, ਅਤੇ ਸਾਡਾ ਵੀ ਇਹੀ ਹੈ ਤਾਂ ਅਸੀਂ ਕਿਉਂ ਮਤਲਬ ਇੰਸਟਰਕਟਰਸ ਵੀ ਓਬਵੀਅਸਲੀ ਉਹਦੇ ਹਿਸਾਬ ਨਾਲ ਇੰਸਟਰਕਟਰ ਵੀ ਸੋਚਦਾ ਮੈਂ ਕੀ ਪੜ੍ਹਾ ਕੇ ਲੈਣਾ ਇਹਨਾਂ ਨੂੰ, ਜਦੋਂ ਇਹਨਾਂ ਦਾ ਇੰਟਰਸਟ ਹੀ ਨਹੀਂ ਹੈ ਪੜ੍ਹਨ 'ਚ। ਜੀ। ਇਹਨਾਂ ਦਾ ਤਾਂ ਇਹ ਹੈ ਕਿ ਵੀ ਇਹ ਕਾਗਜ਼ੀ ਕਾਰਵਾਈ ਪੂਰੀ ਕਰਨ ਲਈ ਕਲਾਸ ਲਾ ਲੈਣ ਅਤੇ ਬਾਕੀ ਆਪਣੀ ਜੋਬ ਕਰਨ, ਖਰਚੇ ਪੂਰੇ ਕਰਨ ਲਈ। ਅਤੇ ਨਾਲੇ ਇੱਕ ਚੀਜ਼ ਹੋਰ ਵੀ ਹੈ ਸ਼ਮੀਲ ਜੀ ਕਿ ਜਦੋਂ ਵੀ ਕੋਈ ਇੰਟਰਨੈਸ਼ਨਲ ਸਟੂਡੈਂਟ ਕਿਸੇ ਵੀ ਕੰਟਰੀ ਵਿੱਚ ਜਾਂਦਾ ਹੈ ਤਾਂ ਸਕਿਲਡ ਤਾਂ ਨੌਲੇਜ ਲੈਣਾ ਤਾਂ ਇੱਕ ਓਬਜੈਕਟਿਵ ਹੈਗਾ ਹੀ ਹੈਗਾ, ਉਹਦੇ ਨਾਲ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ ਇਟ ਇਜ਼
ਕਿ ਤੁਸੀਂ ਬਾਕੀ ਉਸ ਕੰਟਰੀ ਦੇ ਨਾਲ ਇੰਟੀਗ੍ਰੇਟ ਹੋਣਾ ਹੈ, ਉਹਦੇ ਕਲਚਰ ਦੇ ਨਾਲ ਇੰਟੀਗ੍ਰੇਟ ਹੋਣਾ ਹੈ। ਜਦੋਂ ਆਉਣ ਵਾਲੇ ਜ਼ਿਆਦਾ ਹੋ ਜਾਣ ਅਤੇ ਲੋਕਲ ਘੱਟ ਜਾਣ, ਫਿਰ ਕੀ ਹੁੰਦਾ ਹੈ ਕਿ ਉਹ ਇੰਟੀਗ੍ਰੇਸ਼ਨ ਨਹੀਂ ਹੁੰਦੀ, ਉਹ ਡਿਸਇੰਟੀਗ੍ਰੇਸ਼ਨ ਹੋ ਜਾਂਦੀ ਹੈ। ਫਿਰ ਉਹ ਅਲੱਗ-ਅਲੱਗ ਪੋਕਟਸ ਬਣ ਜਾਂਦੀਆਂ। ਜੇ ਮੇਰੇ ਕਿਸੇ ਕਲਾਸ ਦੇ ਵਿੱਚ 100 ਦੇ 100 ਸਟੂਡੈਂਟ ਹੀ ਲੈਟਸ ਸੇ ਇੰਡੀਆ ਜਾਂ ਪਾਕਿਸਤਾਨ ਜਾਂ ਬੰਗਲਾਦੇਸ਼ ਤੋਂ ਹੋਣਗੇ, ਤਾਂ ਓਬਵੀਅਸਲੀ ਮੈਂ ਬੰਗਲਾਦੇਸ਼ ਦੇ ਹਿਸਾਬ ਦੇ ਨਾਲ ਹੀ ਪੜ੍ਹਾਊਂਗਾ ਉਹਨਾਂ ਨੂੰ, ਮੈਂ ਉੱਦਾਂ ਦੇ ਇੰਸਟਰਕਟਰ ਰੱਖੂੰਗਾ। ਉਦੋਂ ਦੇ ਰੱਖੇ ਨੇ ਕਾਲਜਾਂ ਨੇ, ਫਿਰ ਇਸੇ ਕਰਕੇ ਉਹ ਫਿਰ ਉਹਨਾਂ ਨੇ ਉਸ ਹਿਸਾਬ ਦੇ ਨਾਲ ਪੜ੍ਹਾਉਣ ਲੱਗ ਪੈਣਾ। ਉਹਨਾਂ ਦਾ ਉੱਥੇ ਹੀ ਉਹ ਇੱਕ ਤਰ੍ਹਾਂ ਦੇ ਉਹ ਖੂਹ ਦੇ ਡੱਡੂ ਬਣ ਜਾਂਦੇ ਆ। ਵੇਅਰ ਐਜ਼ ਕੈਨੇਡਾ ਇਜ਼ ਰਿਕੁਆਇਰਿੰਗ ਟੋਟਲੀ ਡਿਫਰੈਂਟ ਟਾਈਪ ਆਫ ਸਕਿੱਲ ਸੈਟ ਹੈ। ਨਹੀਂ, ਇਹ ਸਟੂਡੈਂਟ ਨਾਲ ਵੀ ਜ਼ਿਆਦਤੀ ਸੀ, ਔਰ ਜਿਹੜੇ ਕਈ ਸੈਂਸਿਬਲ ਸਟੂਡੈਂਟ ਸੀ ਜਿਹੜੇ ਵਾਕਈ ਇਸ ਸੋਚ ਨਾਲ ਆਏ ਸੀ ਕਿ ਅਸੀਂ ਇੱਥੇ ਪੜ੍ਹਨਾ ਹੈ, ਅਸੀਂ ਸਾਡਾ ਕੁਛ ਐਕਸਪੋਜਰ ਹੋਏਗਾ, ਅਸੀਂ ਕੁਛ ਸਾਡਾ ਗਲੋਬਲ ਇੰਟਰਨੈਸ਼ਨਲ ਐਕਸਪੀਰੀਅੰਸ ਹੋਏਗਾ, ਉਹਨਾਂ ਨੂੰ ਉਹ ਮਿਲਦਾ ਹੀ ਨਹੀਂ ਸੀ। ਉਹ ਕਹਿੰਦੇ ਤਾਂ ਜਿਹੜਾ ਮਾੜਾ ਮੋਟਾ ਉੱਥੇ ਸਾਨੂੰ ਹੈ ਸੀ ਉਹ ਵੀ ਭੁੱਲ ਗਏ ਇੱਥੇ ਆ ਕੇ। ਬਿਲਕੁਲ ਸ਼ਮੀਲ ਜੀ, ਨਾਲੇ ਇਹ ਵੀ ਹੁੰਦਾ ਨਾ ਕਿ 18 ਸਾਲ ਤੋਂ ਬਾਅਦ 12ਵੀਂ ਤੋਂ ਬਾਅਦ ਸਪੈਸ਼ਲੀ ਜਿਹੜਾ ਬੱਚਾ ਇੱਥੇ ਆਇਆ, ਉਹ ਇੱਕ ਉਮਰ ਵੀ ਹੁੰਦੀ ਹੈ, ਉਹਨਾਂ ਨੂੰ ਨਹੀਂ ਪਤਾ ਹੁੰਦਾ। ਦੇ ਨੋ ਕਿ ਬਈ ਠੀਕ ਹੈ, ਬਈ ਮੈਂ ਬਾਹਰ ਜਾ ਕੇ ਪੜ੍ਹਨਾ ਆ, ਕੀ ਪੜ੍ਹਨਾ ਆ, ਉਹਦਾ ਕੀ ਆਊਟਕਮ ਹੋਊਗਾ, ਹਰੇਕ ਬੱਚਾ ਨਹੀਂ ਸੋਚ ਸਕਦਾ ਉਸ ਉਮਰ ਦੇ ਉੱਤੇ। ਅਸੀਂ ਵੀ ਨਹੀਂ ਸੋਚ ਸਕਦੇ ਸੀਗੇ ਉਦੋਂ, ਤੇ ਤੁਹਾਨੂੰ ਇੰਨਾ ਗਿਆਨ ਨਹੀਂ ਹੁੰਦਾ ਹੈ। ਤੁਹਾਨੂੰ ਤਾਂ ਉਦੋਂ ਇੰਨਾ ਹੀ ਚਾਅ ਹੁੰਦਾ ਹੈ ਕਿ ਵੀ ਮੈਂ ਕਿਤੇ ਨਵੇਂ ਚਾਹ 'ਤੇ ਜਾ ਰਿਹਾ ਹਾਂ, ਜਿੱਥੇ ਇੱਕ ਚੀਜ਼ ਚੰਗੀ ਹੈਗੀ ਆ, ਡਿਵੈਲਪ ਨੇਸ਼ਨ ਹੈਗਾ ਆ। ਫਿਰ ਪਿਕਚਰਾਂ ਮੈਂ ਦੇਖੀਆਂ ਆ, ਉਹਦੀਆਂ ਅਲੱਗ-ਅਲੱਗ ਬੰਦਿਆਂ ਨੂੰ ਮਿਲਿਆ ਆ, ਇੱਕ ਡਿਵੈਲਪਡ ਕੰਟਰੀ ਹੈਗੀ ਆ, ਮੈਨੂੰ ਉੱਥੇ ਸਿੱਖਣ ਨੂੰ ਮਿਲੂਗਾ। ਪਰ ਜਦੋਂ ਇੱਥੇ ਆਉਂਦਾ ਤਾਂ ਇਸ ਚੀਜ਼ ਦੇ ਵਿੱਚ ਜਦੋਂ ਫਸਦਾ ਤਾਂ ਓਬਵੀਅਸਲੀ ਉਹਦਾ ਪਰਪਸ ਹੀ ਡਿਫੀਟ ਹੋ ਜਾਂਦਾ, ਉਹਦਾ ਇੱਕ ਪਾਥਵੇ ਚੇਂਜ ਹੋ ਜਾਂਦਾ। ਅੱਛਾ, ਜਿਹੜੇ ਵੈਸੇ ਆਪਣੇ ਕਮਲਜੀਤ ਜੀ ਜਿਹੜੇ ਪ੍ਰਾਈਵੇਟ ਜਾਂ ਜਿਹੜੇ ਹੋਰ ਕਾਲਜਸ ਨੇ, ਉਹਨਾਂ 'ਚ ਕਈਆਂ ਬਾਰੇ ਤਾਂ ਇਹ ਕਿਹਾ ਗਿਆ ਕਿ ਉਹਨਾਂ 'ਚ 100% ਸਟੂਡੈਂਟ ਹੀ ਫੋਰਨ ਸਟੂਡੈਂਟ ਸੀ। ਕਿੰਨੇ ਕੁ ਕਾਲਜਸ ਇਹੋ ਜਿਹੇ ਹੋਣਗੇ? ਕਿਉਂਕਿ ਕਈ ਵਾਰ ਹੈਰਾਨੀ ਹੁੰਦੀ ਹੈ, ਕਿਉਂਕਿ ਸਾਨੂੰ ਤਾਂ ਹੁਣ ਐਂ ਲੱਗਣ ਲੱਗ ਗਿਆ ਵੀ ਕਾਲਜਸ ਦਾ ਮਤਲਬ ਹੀ ਇੰਟਰਨੈਸ਼ਨਲ ਸਟੂਡੈਂਟ ਹੁੰਦਾ, ਅਤੇ ਜਿਨ੍ਹਾਂ ਨੇ ਸਾਰੇ ਦੌਰ ਦੌਰਾਨ ਵੀ ਜਿਹੜੇ ਡੋਮੈਸਟਿਕ ਸਟੂਡੈਂਟਸ ਨੇ ਉਹ ਮੈਜੋਰਿਟੀ ਰਹੇ ਨੇ ਜਿੱਥੇ। ਕਿੰਨੇ ਕੁ ਹੋਣਗੇ ਇਹੋ ਜਿਹੇ ਕਾਲਜਸ? ਇੱਕ ਨਾ ਉਸ ਤੋਂ ਪਹਿਲਾਂ ਮੈਂ ਤੁਹਾਡੇ ਸਵਾਲ ਦਾ ਜਵਾਬ ਦਵਾਂ ਸ਼ਮੀਲ ਜੀ, ਇੱਕ ਛੋਟਾ ਜਿਹਾ ਮੈਂ ਤੁਹਾਨੂੰ ਇੱਕ ਹੋਰ ਦੱਸਣਾ ਚਾਹੁੰਦਾ, ਸ਼ਾਇਦ ਸਾਰਿਆਂ ਨੂੰ ਨਾ ਪਤਾ ਹੋਵੇ ਕਿ ਦੇਰ ਆਰ 4 ਟਾਈਪ ਆਫ ਇੰਸਟੀਟਿਊਸ਼ਨਸ, ਰਾਈਟ। ਇੱਕ ਤਾਂ ਯੂਨੀਵਰਸਿਟੀਜ਼ ਹੋ ਗਈਆਂ, ਸਾਨੂੰ ਸਾਰਿਆਂ ਨੂੰ ਪਤਾ ਹੈ। ਇੱਕ ਹੈਗੇ ਪਬਲਿਕ ਕਾਲਜਸ, ਫੋਰ ਐਗਜ਼ਾਮਪਲ ਸ਼ੈਰਡਨ ਲਾ ਲਓ। ਪਬਲਿਕ ਕਾਲਜਸ ਮੀਨਸ ਗਵਰਨਮੈਂਟ ਫੰਡਡ ਕਾਲਜ ਹੈ ਨਾ। ਥਰਡ ਜਿਹੜੇ ਕਾਲਜਸ ਨੋਨ ਸੀਗੇ, ਇਹ ਸੀਗੇ ਪ੍ਰਾਈਵੇਟ ਕਾਲਜਸ, ਜਾਂ ਉਹਨਾਂ ਨੂੰ ਕਹਿੰਦੇ ਪ੍ਰਾਈਵੇਟ ਕਰੀਅਰ ਕਾਲਜਸ। ਇਹ 3 ਤਰ੍ਹਾਂ ਦੇ ਇੰਸਟੀਟਿਊਸ਼ਨਸ ਕੈਨੇਡਾ ਦੇ ਵਿੱਚ ਹਰੇਕ ਪ੍ਰੋਵਿੰਸ ਦੇ ਵਿੱਚ ਹੁੰਦੇ ਆ। ਚੌਥਾ ਜਿਹੜਾ ਇੰਸਟੀਟਿਊਸ਼ਨਸ ਆ, ਜਿਹੜਾ ਕਿ ਡਿਊਰਿੰਗ ਦਿਸ ਹੋਲ ਇੰਟਰਨੈਸ਼ਨਲ ਪ੍ਰੋਗਰਾਮ ਦੇ ਵਿੱਚ ਪੈਦਾ ਹੋਇਆ, ਨਵੀਂ ਕਾਰਡ ਸੀ ਉਹਦੀ। ਹਾਂਜੀ, ਉਹ ਸੀਗੀ ਪਬਲਿਕ ਪ੍ਰਾਈਵੇਟ ਇੰਸਟੀਟਿਊਸ਼ਨਸ। ਐਕਚੁਅਲੀ ਇਹ ਪਬਲਿਕ ਪ੍ਰਾਈਵੇਟ ਇੰਸਟੀਟਿਊਸ਼ਨ ਸੀਗੀ ਜਿਨ੍ਹਾਂ ਨੇ ਪਬਲਿਕ ਕਾਲਜਸ ਦੇ ਨਾਲ ਕਰੀਕੂਲਮ ਲਾਇਸੈਂਸਿੰਗ ਦੇ ਥਰੂ ਆਪਣੀਆਂ ਉਹਨਾਂ ਨੇ ਲੋਕੇਸ਼ਨਾਂ ਖੋਲ੍ਹੀਆਂ GTA ਦੇ ਵਿੱਚ। ਦੀਜ਼ ਆਰ ਦਾ 4th ਟਾਈਪ ਆਫ। ਇਹ ਜਿਹੜੇ 4th ਟਾਈਪ ਆਫ ਇੰਸਟੀਟਿਊਸ਼ਨ ਹੈ ਜੀ, ਮੇਰੇ ਹਿਸਾਬ ਦੇ ਨਾਲ ਆਲਮੋਸਟ 100% ਜਿਹੜੇ ਸੀਗੇ ਸਾਰੇ ਇੰਟਰਨੈਸ਼ਨਲ ਸਟੂਡੈਂਟ ਹੀ ਸੀਗੇ, ਕਿਉਂਕਿ ਇਹਨਾਂ ਦਾ ਪਰਪਸ ਹੀ ਇਹ ਸੀਗਾ ਕਿ ਵੀ ਕੋਈ ਨਾਰਥ ਸਡਬਰੀ ਦੇ ਵਿੱਚ ਕੋਈ ਕਾਲਜ ਹੋਵੇ ਜਾਂ ਕੋਈ ਵਿੰਡਸਰ ਦੇ ਵਿੱਚ ਕੋਈ ਸੈਂਟ ਕਲੇਅਰ ਵਰਗਾ ਕਾਲਜ ਹੋਵੇ, ਤਾਂ ਉਹਨਾਂ ਨੇ ਇੱਥੇ ਇੰਸਟੀਟਿਊਸ਼ਨਸ ਦੇ ਨਾਲ ਐਗਰੀਮੈਂਟ ਕਰਕੇ ਇੱਥੇ ਖੋਲ੍ਹੇ ਸੀ, ਕਿਉਂਕਿ ਇੰਟਰਨੈਸ਼ਨਲ ਸਟੂਡੈਂਟ ਉਹਨਾਂ ਰੂਰਲ ਏਰੀਆ ਵਿੱਚ ਨਹੀਂ ਜਾਣਾ ਚਾਹੁੰਦੇ ਸੀਗੇ। ਸੋ ਓਬਵੀਅਸਲੀ ਉਹਨਾਂ ਦਾ ਪਰਪਸ ਹੀ ਇਹ ਸੀਗਾ, ਉਹਨਾਂ ਸਟੂਡੈਂਟਾਂ ਦਾ ਪਰਪਸ ਸੀ ਕਿ ਅਸੀਂ ਰਹਿਣਾ ਵੀ ਬਰੈਂਪਟਨ ਦੇ ਲਾਗੇ ਹੈਗਾ ਆ, ਅਤੇ ਸਾਨੂੰ PGWP ਚਾਹੀਦਾ, ਉਸ ਤੋਂ ਬਾਅਦ ਅਸੀਂ PR ਕਰਾਂਗੇ, ਉਸ ਤੋਂ ਬਾਅਦ ਵੀ ਆਰ ਡਨ ਵਿਦ ਦਿਸ। ਸੋ ਇਹ 4th ਟਾਈਪ, ਇਹਦੇ ਵਿੱਚ ਤਾਂ 100% ਜਿਹੜੇ ਸਟੂਡੈਂਟਸ ਆ ਸਾਡੇ ਹੁੰਦੇ ਸੀ। ਯੂਨੀਵਰਸਿਟੀਜ਼ ਵਿੱਚ ਤੁਸੀਂ ਦੇਖ ਲਓ, ਉਹਦੇ ਵਿੱਚ ਨੰਬਰ ਇੰਨਾ ਜ਼ਿਆਦਾ ਨਹੀਂ ਹੈ। ਤੁਸੀਂ ਪ੍ਰਾਈਵੇਟ ਕਰੀਅਰ ਕਾਲਜਸ ਦੇ ਵਿੱਚ ਦੇਖ ਲਓ, ਹੁਣ ਤੁਸੀਂ ਮੇਰੇ ਕਾਲਜ ਦੇ ਵਿੱਚ ਦੇਖ ਲਓ, CIMT ਕਾਲਜ, ਅਸੀਂ ਪਿਛਲੇ 25-26 ਸਾਲ ਹੋ ਗਏ ਜੀ, ਸਾਡੇ ਕੋਲ 10% ਸਟੂਡੈਂਟ ਇੰਟਰਨੈਸ਼ਨਲ ਹੁੰਦੇ ਸੀ। ਅੱਛਾ, 90% ਸਾਡੇ ਸਟੂਡੈਂਟਸ ਡੋਮੈਸਟਿਕ ਹੈ। ਮੇਰੇ ਖਿਆਲ ਦੇ ਵਿੱਚ ਇਹੀ ਨੰਬਰ ਬਾਕੀ ਜਿਹੜੇ ਪ੍ਰਾਈਵੇਟ ਕਾਲਜਸ ਹੈਗੇ ਆ, ਉਹਨਾਂ ਦੇ ਵਿੱਚ ਵੀ ਇਹੀ ਨੰਬਰ ਹੋਣਾ ਹੈ। ਕਿਸੇ ਵਿੱਚ ਹੋ ਸਕਦਾ ਕਿ 20-25% ਹੋਣ, ਪਰ ਇਸ ਤੋਂ ਜ਼ਿਆਦਾ ਨਹੀਂ ਹੋਣ। ਓਕੇ, ਕਿਉਂਕਿ ਤੁਸੀਂ ਵਰਕ ਪਰਮਿਟ ਨਹੀਂ ਦਿੰਦੇ, ਤਾਂ ਨਹੀਂ ਮਿਲ ਸਕਦਾ। ਤੁਹਾਡੇ ਸਾਡੇ ਕੋਲ ਜਿਹੜਾ ਸਟੂਡੈਂਟ ਆਉਣਾ, ਉਹਨੇ ਸਾਨੂੰ ਡੰਡਾ ਲੈ ਕੇ ਪੁੱਛਣਾ ਕਿ ਵੀ ਮੈਂ ਤੁਹਾਨੂੰ $10,000 ਪੇ ਕੀਤੇ, ਸਾਲ ਤੁਹਾਡੇ ਨਾਲ ਆਇਆ, ਤਾਂ ਮੈਨੂੰ ਜੋਬ ਮਿਲੀ ਕਿ ਨਹੀਂ ਮਿਲੀ, ਕਿਉਂਕਿ ਉਹਦਾ ਫੋਕਸ ਹੀ ਆਕਿਊਪੇਸ਼ਨ ਬੇਸਡ ਹੈਗਾ। ਸੋ ਇਹ ਸਾਰੇ ਹੀ ਸਾਨੂੰ ਸਾਰਿਆਂ ਨੂੰ ਸਮਝਣਾ ਪੈਣਾ। ਜਿਹੜੇ ਹੁਣ ਨਵੇਂ ਇੰਟਰਨੈਸ਼ਨਲ ਸਟੂਡੈਂਟ ਆਏ ਆ, ਉਹਨਾਂ ਨੂੰ ਵੀ ਸਮਝਣਾ ਪੈਣਾ ਕਿ ਦੇ ਹੈਵ ਟੂ ਥਿੰਕ ਲਾਈਕ ਕਨੇਡੀਅਨ, ਦੇ ਹੈਵ ਟੂ ਥਿੰਕ ਲਾਈਕ ਡੋਮੈਸਟਿਕ, ਕਿ ਵੀ ਮੈਂ ਅੱਗੇ ਆਪਣੀ ਲਾਈਨ ਦੇ ਵਿੱਚ ਕਿੱਦਾਂ ਜੋਬ ਲੈ ਸਕਦਾ ਹੈ। ਉਹ ਜ਼ਮਾਨੇ ਗਏ ਜੀ ਔਡ ਜੋਬ ਕਰਕੇ ਤੁਸੀਂ ਆਪਣੇ ਨੂੰ ਸਰਵਾਈਵ ਕਰ ਲਓਗੇ। ਮਹਿੰਗਾਈ ਇਸ ਤਰ੍ਹਾਂ ਹੋ ਗਈ ਹੈ, ਤੁਸੀਂ ਔਡ ਜੋਬਸ ਕਰਕੇ $16-17 ਦੇ ਹਿਸਾਬ ਦੇ ਨਾਲ ਤੁਸੀਂ ਨਹੀਂ ਸਰਵਾਈਵ ਕਰ ਸਕਦੇ ਜੀ। 16-17 ਵੀ ਨਹੀਂ ਦਿੰਦੇ ਸਟੂਡੈਂਟ ਨੂੰ, ਤੇ ਜਾਂ ਚਲੋ ਮਿਨੀਮਮ $10 ਤੇ ਕੰਮ ਕਰਵਾ ਰਹੇ ਨੇ ਆਹ ਵੇਅਰ ਹਾਊਸ 'ਚ। ਚਲੋ ਉਹ ਮੇ ਵੀ, ਕਿਉਂਕਿ ਉਹਨਾਂ ਕੋਲ ਹੋ ਸਕਦਾ ਹੈ ਕਿ ਜੀ ਅਜੇ PR ਨਹੀਂ ਆ ਐਂਡ ਆਲ ਦੈਟ, ਬਟ ਦ ਮੂਮੈਂਟ ਯੂ ਹੈਵ ਏ ਪਰਮਾਨੈਂਟ ਰੈਸੀਡੈਂਸੀ,
$16-17 ਵਿੱਚ ਜੇ ਕੋਈ ਬੰਦਾ ਮਿਹਨਤੀ ਹੈਗਾ, ਇੱਕ ਔਡ ਜੌਬਸ ਤਾਂ ਮਿਲਦੀ ਹੈ ਨਾ, ਪਰ ਉਹਦੇ ਵਿੱਚ ਸਰਵਾਈਵਲ ਨਹੀਂ ਹੈ। ਤੁਹਾਨੂੰ ਕੈਨੇਡਾ ਵਿੱਚ ਸਰਵਾਈਵ ਕਰਨ ਦੇ ਲਈ ਤਕਰੀਬਨ ਇੱਕ ਫੈਮਿਲੀ ਇਨਕਮ ਦੀ, ਜੇ ਹਸਬੈਂਡ ਵਾਈਫ ਹੈਗੇ ਤਾਂ 100,000 ਤਾਂ ਚਾਹੀਦਾ ਹੈ। ਹੁਣ 100,000 ਕਿੱਦਾਂ ਆਊਗਾ? ਇਹ ਤਦ ਹੀ ਆਊਗਾ ਜਦ ਤੁਹਾਡੇ ਹੱਥ ਵਿੱਚ ਕੋਈ ਇੱਕ ਸਕਿਲਡ ਜੌਬ ਹੋਊਗੀ ਜੀ। ਔਰ ਜੌਬ ਕਰਕੇ ਜਾਂ ਤੁਸੀਂ ਆਪਣੇ ਆਪ ਨੂੰ ਸਟਰੈਚ ਕਰਕੇ 80-80 ਘੰਟੇ ਲਾ ਕੇ ਯੂ ਵਿਲ ਬੀ ਬਰਨ ਆਊਟ। ਤੁਸੀਂ ਕਿੰਨੇ ਕਰ ਲਓਗੇ? ਸਾਲ ਕਰ ਲਓਗੇ, 2 ਸਾਲ ਕਰ ਲਓਗੇ, 4 ਸਾਲ ਕਰ ਲਓਗੇ। ਦੈਟ ਇਜ਼ ਨਾਓ ਯੂ ਕੈਨ ਨਾਟ ਸਰਵਾਈਵ। ਸੋ ਵੀ ਹੈਵ ਟੂ ਥਿੰਕ ਡੋਮੈਸਟਿਕਲੀ, ਵੀ ਹੈਵ ਟੂ ਥਿੰਕ ਲਾਈਕ ਕੈਨੇਡੀਅਨਸ ਐਕਚੁਅਲੀ, ਕਿ ਸਾਨੂੰ ਜੇ ਕਿਸੇ ਵੀ ਇੰਡਸਟਰੀ ਦੇ ਵਿੱਚ ਜਾਣਾ ਹੈ ਜਿੱਥੇ ਕਿ ਸਿਸਟਮ ਆਰ ਸੱਚ ਅ ਵੇ ਕਿ ਹੁਣ ਇੰਪਲੋਇਰ ਦੀ ਐਕਸਪੈਕਟੇਸ਼ਨ ਵੈਰੀ ਕਲੀਅਰਲੀ ਹੁੰਦੀ ਹੈ ਕਿ ਵੀ ਸਾਨੂੰ ਤਾਂ ਆਹ 4 ਚੀਜ਼ਾਂ ਚਾਹੀਦੀਆਂ ਜੀ। ਡਜ਼ਨਟ ਮੈਟਰ ਤੁਹਾਨੂੰ ਜਿੰਨੀ ਮਰਜ਼ੀ ਨੌਲੇਜ ਹੋਵੇ। ਮੈਨੂੰ ਤੁਹਾਡੇ ਨੌਲੇਜ ਦਾ ਨਹੀਂ ਮਤਲਬ, ਮੈਨੂੰ ਤੁਹਾਡੀ ਕੰਪੀਟੈਂਸੀਜ਼ ਦਾ ਮਤਲਬ ਹੈਗਾ। ਮੈਨੂੰ ਚਾਹੀਦਾ ਕਿ ਤੁਸੀਂ ਐਕਸਪਰਟ ਹੋਵੋ ਇਸ ਤਿੰਨਾਂ ਚੀਜ਼ਾਂ ਲਈ। ਮੈਂ ਇਹੀ ਕੰਮ ਕਰਾਉਣਾ ਹੈ, ਐਂਡ ਜੇ ਤੁਹਾਨੂੰ ਆਉਂਦਾ ਆ, ਤੁਸੀਂ ਦੂਸਰੇ ਦਿਨ ਤੋਂ ਉਸ ਜੌਬ ਦੇ ਲਈ ਰੈਡੀ ਹੁੰਦੇ ਆ, ਤਾਂ ਆਈ ਵਿਲ ਬੀ ਮੋਰ ਦੈਨ ਹੈਪੀ ਟੂ ਪੇ ਯੂ ਡਬਲ। ਦਿਸ ਇਜ਼ ਦ ਰਿਕੁਆਇਰਮੈਂਟ ਆਫ ਦ ਇੰਪਲੋਇਰਸ ਰਾਈਟ ਨਾਓ। ਸੋ ਇਹਦਾ ਮਤਲਬ ਹੈ ਕਿ ਜਿਹੜਾ ਮਿਸਮੈਚ ਸੀ, ਜਿਹੜੀ ਅਸਲ ਦੇ 'ਚ ਆ ਤਾਂ ਗਏ, ਬਹੁਤ ਨੰਬਰਸ ਤਾਂ ਬਹੁਤ ਆ ਗਏ, ਪਰ ਉਹਨਾਂ ਕੋਲ ਜਿਹੜੀਆਂ ਉਹ ਸਕਿੱਲਡ ਨਹੀਂ ਜਿਹੜੀਆਂ ਕੈਨੇਡੀਅਨ ਲੇਬਰ ਮਾਰਕੀਟ ਨੂੰ ਚਾਹੀਦੀਆਂ ਜੀ। ਇਹਦੇ ਕਰਕੇ ਵੀ ਜਿਹੜਾ ਅਸੀਂ ਦੇਖ ਰਹੇ ਹਾਂ ਕ੍ਰਾਈਸਿਸ, ਕਿ ਜੌਬਸ ਨਹੀਂ ਮਿਲ ਰਹੀਆਂ, ਜਾਂ ਕੰਪਨੀ ਜਿਹਨੂੰ ਵਰਕਰ ਨਹੀਂ ਮਿਲ ਰਹੇ, ਵਰਕਰ ਨੂੰ ਜੌਬ ਨਹੀਂ ਮਿਲ ਰਹੀ। ਬਿਲਕੁਲ 100%। ਜਿਵੇਂ ਇੱਕ ਗੱਲ ਆਪਾਂ ਕੀਤੀ ਸੀ, ਜਿੱਥੋਂ ਸ਼ੁਰੂ ਕੀਤਾ ਸੀ, ਡੋਮੈਸਟਿਕ ਸਟੂਡੈਂਟ 'ਤੇ ਧਿਆਨ ਨਹੀਂ ਰਿਹਾ। ਸੋ ਬੇਸਿਕਲੀ ਗੱਲ ਇਹੀ ਹੈ ਕਿ ਜਿਹੜੀ ਸਕਿੱਲ ਟ੍ਰੇਨਿੰਗ ਦੇ ਉੱਤੇ ਧਿਆਨ ਨਹੀਂ ਰਿਹਾ, ਕੁਛ ਨਵੀਂ ਸਕਿੱਲ ਲਰਨ ਕਰਨ 'ਤੇ ਧਿਆਨ ਨਹੀਂ ਰਿਹਾ। ਜਿਹੜਾ ਐਜੂਕੇਸ਼ਨ ਦਾ ਮਾਡਲ ਚੱਲਿਆ ਉਹ ਸਿਰਫ PR ਨੂੰ ਹੀ ਜ਼ਿੰਦਗੀ ਦਾ ਮਕਸਦ ਮੰਨਣ ਵਾਲਾ ਜਿਹੜਾ ਉਹ ਚੱਲਿਆ। ਅਤੇ ਇਹ ਜਿਹੜਾ ਹੁਣ ਜਿਹੜੇ ਸਟੂਡੈਂਟ ਆਏ ਬੜੀ ਵੱਡੀ ਗਿਣਤੀ 'ਚ, ਉਹਨਾਂ ਦਾ ਵੀ ਜ਼ਿਆਦਾ ਧਿਆਨ ਸਕਿੱਲ ਕੋਈ ਲਰਨ ਕਰਨ ਨਾਲੋਂ ਇਹ ਸੀ ਉਹਨਾਂ ਦਾ ਕਿ ਕਿਵੇਂ ਨਾ ਕਿਵੇਂ ਸਾਡੀ PR ਹੋ ਜਾਏ ਜੀ। ਸੋ ਇਹਨੇ ਕੈਨੇਡੀਅਨ ਜੌਬ ਮਾਰਕੀਟ ਦਾ ਨੁਕਸਾਨ ਕੀਤਾ, ਤੁਸੀਂ ਇਹ ਮਹਿਸੂਸ ਕਰ ਰਹੇ ਹੋ? ਬਿਲਕੁਲ ਜੀ। ਇੰਪਲੋਇਰਸ ਦੀ ਜਿਹੜੀ ਕ੍ਰਾਈਸਿਸ ਇਸ ਵੇਲੇ ਪੈਦਾ ਹੋਇਆ ਇਸੇ ਦਾ ਨਤੀਜਾ ਹੈ ਨਾ। ਹਾਂਜੀ ਬਿਲਕੁਲ। ਆਈ ਟੋਟਲੀ ਅਗਰੀ ਵਿਦ ਯੂ। ਦਿਸ ਇਜ਼ ਵਨ ਆਫ ਦ ਮੇਜਰ ਫੈਕਟਰ ਐਕਚੁਅਲੀ ਜਿਹਦੇ ਵਿੱਚ ਕਿ ਇਹ ਚੀਜ਼ ਆ ਰਹੀ ਹੈ। ਐਂਡ ਦੈਨ ਆਲ ਦ ਇੰਪਲੋਇਰਸ ਇਨਕਲੂਡਿੰਗ ਆਵਰ ਸੈਲਫ, ਅਸੀਂ ਉਸ ਚੀਜ਼ ਨੂੰ ਫੇਸ ਕਰ ਰਹੇ ਹਾਂ ਕਿ ਕੈਂਡੀਡੇਟਸ ਤਾਂ ਬਹੁਤ ਅਪਲਾਈ ਹੁੰਦੇ ਆ, ਪਰ ਉਹਦੇ ਵਿੱਚੋਂ ਜਿਹੜੇ ਕੁਆਲੀਫਾਈਡ ਕੈਂਡੀਡੇਟ ਬਹੁਤ ਘੱਟ ਆ ਜੀ। ਉਹਨਾਂ ਦੇ ਸਕਿੱਲ ਸੈੱਟ ਆਮ ਇੰਪਲੋਇਰਸ ਦੇ ਨਾਲ ਮੈਚ ਹੀ ਨਹੀਂ ਕਰਦੇ। ਅਨਦਰ ਫੈਕਟਰ ਇਹ ਵੀ ਹੋਇਆ ਜੀ ਪਿਛਲੇ 3-4-5 ਸਾਲਾਂ ਦੇ ਵਿੱਚ, ਆਈ ਥਿੰਕ ਇਨ ਐਵਰੀ ਕੰਟਰੀ ਦੇ ਵਿੱਚ ਹੀ ਜਿਸ ਤਰ੍ਹਾਂ ਦੇ ਟੈਕਨੋਲੋਜੀਕਲ ਐਡਵਾਂਸਮੈਂਟ ਹੋਈਆਂ ਨਾ, ਤਾਂ ਇੰਪਲੋਇਰਸ ਦੀਆਂ ਰਿਕੁਆਇਰਮੈਂਟ ਵੀ ਚੇਂਜ ਹੋ ਗਈਆਂ। ਸੋ ਇੱਕ ਤਾਂ ਹੋਇਆ ਕਿ ਜਿਹੜੇ ਬੱਚੇ ਪੜ੍ਹਦੇ ਸੀਗੇ ਕਰੀਅਰ ਓਰੀਐਂਟਡ ਪ੍ਰੋਗਰਾਮਸ ਦੇ ਵਿੱਚ, ਇੱਕ ਤਾਂ ਉਹਨਾਂ ਦਾ ਫੋਕਸ ਟੋਟਲ ਗਲਤ ਸੀਗਾ, ਤਾਂ ਇਸ ਕਰਕੇ ਕਾਲਜਸ ਵੀ ਉਹਦੇ ਵਿੱਚ ਫੇਲ ਹੋ ਗਏ ਟੂ ਪ੍ਰੋਡਿਊਸ ਏ ਕੁਆਲੀਫਾਈਡ ਗ੍ਰੈਜੂਏਟਸ। ਸੈਕੰਡਲੀ ਟੈਕਨੋਲੋਜੀਕਲ ਐਡਵਾਂਸਮੈਂਟ ਕਰਕੇ ਇੰਪਲੋਇਰਸ ਦੀਆਂ ਰਿਕੁਆਇਰਮੈਂਟ ਚੇਂਜ ਹੋ ਗਈਆਂ, ਉਹ ਵੀ ਆਊਟ ਆਫ ਅਲਾਈਨਮੈਂਟ ਹੋ ਗਏ। ਸੋ ਉਹਨਾਂ ਯੂਨੀਵਰਸਿਟੀਜ਼ ਜਾਂ ਕਾਲਜਸ ਨੇ ਆਪਣੇ ਕਰੀਕੂਲਮ ਅਪਡੇਟ ਨਹੀਂ ਕੀਤੇ ਉਸ ਨਵੇਂ ਰਿਕੁਆਇਰਮੈਂਟਸ ਦੇ ਹਿਸਾਬ ਦੇ ਨਾਲ, ਉਹਦੇ ਵਿੱਚ ਵੀ ਮਿਸਮੈਚ ਹੋ ਗਿਆ। ਸੋ ਦਿਸ ਬੇਸਿਕਲੀ ਐਡਸ ਏ double effect actually to this, and that's why we all are facing these challenges right now. But ਚਲੋ ਪਰ ਇਹ ਚੈਲੰਜ ਤਾਂ ਮੇਰਾ ਖਿਆਲ ਹੈ ਜੇ ਖਤਮ ਨਹੀਂ ਹੋਇਆ, ਉਹ ਇਸ ਕਰਕੇ ਕਿ ਕੋਈ ਸਰਕਾਰ ਨੇ ਇਹ ਪ੍ਰੋਗਰਾਮ ਬੰਦ ਤੇ ਕੀਤਾ ਨਹੀਂ ਜੀ, ਜਸਟ ਕੁਛ ਚੇਂਜਸ ਕੀਤੀਆਂ ਨੇ, ਕੈਪ ਲਾਈ ਹੈ। ਅਜੇ ਵੀ 3-3.5 ਲੱਖ ਸਟੂਡੈਂਟ ਨਵਾਂ ਆ ਸਕਦਾ। ਚਲੋ ਉਹ ਆਏਗਾ ਤਾਂ ਉਮੀਦ ਰੱਖਦੇ ਕਿ ਉਹ ਸਕਿੱਲ ਟ੍ਰੇਨਿੰਗ 'ਚ ਜਾਏਗਾ ਜਾਂ ਨਹੀਂ ਜਾਏਗਾ, ਕਿੰਨਾ ਕੁ ਜਾਏਗਾ ਪਤਾ ਨਹੀਂ ਹੈ ਜੀ। ਪਰ ਜਿਹੜਾ ਆਲਰੇਡੀ ਕੰਟਰੀ 'ਚ ਹੈ ਉਹਦੇ 'ਚ ਵੀ ਇਹ ਪ੍ਰੋਬਲਮ ਮਹਿਸੂਸ ਕੀਤੀ ਜਾ ਰਹੀ ਹੈ ਕਿ ਉਹਦੇ ਕੋਲ ਉਹਨੂੰ ਮੌਕਾ ਹੀ ਨਹੀਂ ਮਿਲਿਆ ਕਿ ਸਹੀ ਸਕਿੱਲਸ ਉਹ ਲੈ ਸਕੇ। ਮੇਨ ਉਹ ਜਿਹੜਾ ਗਰੁੱਪ ਹੈ ਜੀ ਜਿਹੜਾ ਆਲਰੇਡੀ ਇੱਥੇ ਆਇਆ ਪਿਛਲੇ ਕਈ ਸਾਲਾਂ ਦੇ ਵਿੱਚ, ਦੈਟ ਗਰੁੱਪ ਆਫ ਸਟੂਡੈਂਟਸ ਡੈਫੀਨੇਟਲੀ ਆਰ ਔਨ ਏ ਲੂਜ਼ਿੰਗ ਟਰਮਸ, ਕਿਉਂਕਿ ਕਈਆਂ ਨੂੰ PR ਮਿਲ ਵੀ ਗਈ ਆ, ਕਈ ਹਜੇ ਵਰਕ ਪਰਮਿਟ ਦੇ ਉੱਤੇ ਹੈਗੇ ਆ, ਕਈ ਹਜੇ ਟ੍ਰਾਂਜ਼ੀਸ਼ਨ ਦੇ ਵਿੱਚ ਹੈਗੇ, ਕਈ ਹਜੇ ਆਪਣੀ ਸਟੱਡੀਜ਼ ਕਰ ਰਹੇ ਆ। ਪਰ ਉਹਨਾਂ ਲਈ ਓਪਰਚੁਨਿਟੀ ਆ ਜੀ, ਨਾਓ ਦੇ ਸ਼ੁੱਡ ਸਟਾਰਟ ਲੁਕਿੰਗ ਇਨਟੂ ਇਟ ਐਕਚੁਅਲੀ। ਜੇ ਕਿਤੇ ਉਹਨਾਂ ਨੂੰ ਥੋੜ੍ਹੀ ਬਹੁਤ ਟਾਈਮ ਦੀ ਇਨਵੈਸਟਮੈਂਟ ਚਾਹੁਣ ਤਾਂ ਕਰਕੇ ਉਹ ਆਪਣੇ ਆਪ ਨੂੰ ਰੀਅਲਾਈਨਮੈਂਟ ਕਰਨ ਤਾਂ ਕਿ ਉਹ ਕਰੀਅਰ ਫੋਕਸਡ ਵਾਲੇ ਪਾਸੇ ਜਾਣ। ਅੱਛਾ, ਦੂਸਰਾ ਪਾਸੇ ਇਹ ਵੀ ਹੁੰਦਾ ਹੈ ਕਿ ਉਹਨਾਂ ਨੂੰ ਨਾ ਜਿਹੜੀ ਮਿਸ ਇਨਫੋਰਮੇਸ਼ਨ ਆ ਜਾਂ ਉਹਨਾਂ ਦੇ ਮਨ ਦੇ ਵਿੱਚ ਜਿਹੜਾ ਹੁਣ ਤਾਈਂ ਦਾ ਫੋਕਸ PR ਦਾ ਹੈ ਨਾ, ਉਹਨਾਂ ਨੂੰ ਉਹ ਚੀਜ਼ ਨੂੰ ਕੱਢ ਕੇ ਹੁਣ ਉਹਦੇ ਵਿੱਚ ਇਹ ਪਾਉਣ ਕਿ ਵੀ ਮੈਂ ਕਿਹੜੀ ਲਾਈਨ ਦੇ ਵਿੱਚ ਜਾਣਾ ਚਾਹੁੰਦਾ ਹਾਂ। ਕਿਉਂਕਿ PR ਬਣਨਾ ਤਾਂ ਜ਼ਿੰਦਗੀ ਦਾ ਗੋਲ ਨਹੀਂ ਹੈ। ਨਹੀਂ, ਮੇਨ ਜੌਬ ਤਾਂ ਹੈ ਜੀ ਤੁਸੀਂ ਆਪਣੀ ਇੱਕ ਲਾਈਫ ਸਟਾਈਲ ਨੂੰ ਮੇਨਟੇਨ ਕਰਨਾ ਹੈ। ਯੂ ਵਾਂਟ ਟੂ ਬੀ ਸਕਸੈਸਫੁਲ, ਯੂ ਵਾਂਟ ਟੂ ਹੈਵ ਏ ਕੁਆਲਿਟੀ ਆਫ ਲਾਈਫ ਜਿਹੜੀ ਕਿ ਆਮ ਕੈਨੇਡਾ ਸਾਰਿਆਂ ਨੂੰ ਕਹਿੰਦਾ ਆ।
ਜੇ ਤੁਸੀਂ ਉਹ ਅਚੀਵ ਕਰਨਾ ਤਾਂ ਤੁਹਾਨੂੰ ਕੋਈ ਨਾ ਕੋਈ ਸਕਿੱਲ ਦੇ ਬੇਸ 'ਤੇ ਜੇ ਤੁਸੀਂ ਜੋਬ ਨੂੰ ਕਰਨਾ ਚਾਹੁੰਦੇ ਤੁਹਾਨੂੰ ਕਰਨੀ ਪੈਣੀ ਹੈ। ਇਫ ਯੂ ਆਰ ਹਸਬੈਂਡ ਵਾਈਫ ਯੂ ਹੈਵ ਟੂ ਹੈਵ ਅ ਮਿਨੀਮਮ $100,000 ਪਲੱਸ ਟੂ ਬੇਸਿਕਲੀ ਸਰਵਾਈਵ ਐਟਲੀਸਟ। ਉਹਨੂੰ ਕਰਨ ਦੇ ਲਈ ਉਸ ਮਿਨੀਮਮ ਰਿਕੁਆਇਰਡ ਨੂੰ ਮੀਟ ਕਰਨ ਲਈ ਤੁਹਾਨੂੰ ਇੱਕ ਸਕਿਲਡ ਫੋਰ ਹੋਣਾ ਪੈਣਾ, ਤੁਹਾਨੂੰ ਉਹਦੇ ਵਿੱਚ ਇੱਕ ਚੰਗੀ ਜੋਬ ਲੈਣੀ ਪੈਣੀ ਹੈ। ਉਹ ਤੁਹਾਨੂੰ ਤਦ ਹੀ ਮਿਲੂਗੀ ਜੇ ਤੁਹਾਡੇ ਕੋਲ ਉਸ ਬਾਰੇ ਜਾਂ ਤਾਂ ਪੜ੍ਹਾਈ ਹੋਊਗੀ ਜਾਂ ਤੁਹਾਨੂੰ ਉਸ ਬਾਰੇ ਤੁਹਾਡੇ ਕੋਲ ਸਕਿਲਡ ਹੋਣਗੇ। ਅੱਛਾ, ਇਹਦੇ ਵਿੱਚ ਇੱਕ ਚੀਜ਼ ਹੋਰ ਐਡ ਆਨ ਕਰਨਾ ਚਾਹੁੰਦਾ ਜੀ ਮੈਂ ਕਿ ਹੁਣ ਇਹਦੇ ਵਿੱਚ ਕੀ ਹੈ ਕਿ ਕਈ ਜਿਹੜੇ ਨਵੇਂ ਸਟੂਡੈਂਟ ਸੀਗੇ ਦੇ ਹੈਵ ਦੈਟ ਮਿਸ ਇਨਫੋਰਮੇਸ਼ਨ। ਤਾਂ ਦੇਰ ਆਰ ਲੋਟ ਆਫ ਇੰਸਟੀਟਿਊਸ਼ਨਸ ਕਾਲਜਸ ਲਾਈਕ ਅਸ ਐਜ਼ ਵੈਲ, ਇਹਨਾਂ ਦੇ ਫ੍ਰੀ ਇਨਫੋਰਮੇਸ਼ਨ ਸੈਸ਼ਨ ਹੁੰਦੇ ਆ ਜੀ, ਅਟੈਂਡ ਕਰੋ। ਇਹ ਨਹੀਂ ਕਿ ਤੁਸੀਂ ਕਿਸੇ ਨੂੰ, ਮੇਰੇ ਫਰੈਂਡ ਨੇ ਕਿਹਾ ਕਿ ਹਾਂਜੀ ਆ ਪਰਸਨਲ ਸਪੋਰਟ ਵਰਕਰ ਚੰਗਾ ਪ੍ਰੋਗਰਾਮ ਹੈ, ਚਲੋ ਜੀ ਉਹਦੇ ਵਿੱਚ ਐਡਮਿਸ਼ਨ ਲੈ ਲਓ। ਟੇਕ ਦੈਟ ਰਾਈਟ ਵੇ ਆਫ ਡੂਇੰਗ ਇਟ। ਐਕਚੁਅਲੀ ਆਪਣੀ ਖੁਦ ਦੀ ਪਹਿਲਾਂ ਇਨਫੋਰਮੇਸ਼ਨ ਲਓ। ਮੇਰੇ ਕਹਿਣ 'ਤੇ ਨਾ ਕਰੋ ਕਿ ਕਮਲਜੀਤ ਕਹਿ ਰਿਹਾ ਤਾਂ ਤੁਸੀਂ ਜੀ ਆਹ ਪ੍ਰੋਗਰਾਮ ਕਰ ਲਓ। ਟੇਕ ਦੈਟ ਇਨਫੋਰਮੇਸ਼ਨ ਸੈਸ਼ਨਸ, ਅਟੈਂਡ ਦੋਸ ਇਨਫੋਰਮੇਸ਼ਨ। ਸਾਡੇ ਕਾਲਜ ਵੀ ਹੁਣ ਵੀ ਅਸੀਂ ਸਪੈਸ਼ਲੀ ਕੀ ਕੀਤਾ ਹੈ ਕਿ ਐਵਰੀ ਮੰਥ ਆਲਮੋਸਟ ਟਵਾਈਸ ਅਸੀਂ ਫ੍ਰੀ ਇਨਫੋਰਮੇਸ਼ਨ ਸੈਸ਼ਨ ਆਰਗੇਨਾਈਜ਼ ਕਰਦੇ ਹਾਂ। ਟੇਕ ਇਟ ਐਂਡ ਦੈਨ ਯੂ ਗੈਟ ਦਿਸ ਇਨਫੋਰਮੇਸ਼ਨ ਕਿ ਵੀ ਤੁਹਾਨੂੰ ਇਹਦਾ ਫਾਇਦਾ ਹੋਣਾ ਨਹੀਂ ਹੋਣਾ ਹੈ, ਕੀ ਚੀਜ਼, ਕਿੰਨੇ ਤੱਕ ਦੀ ਜੋਬ ਮਿਲੂਗੀ, ਮੇਰੇ ਕੀ ਚਾਂਸਿਸ ਹੈਗੇ ਆ, ਮੇਰੇ ਵਿੱਚ ਕੀ ਕਮੀਆਂ ਪੇਸ਼ੀਆਂ ਹੈਗੀਆਂ, ਪੂਰੀ ਇਨਫੋਰਮੇਸ਼ਨ ਇਕੱਠੀ ਕਰੋ। ਨਾਟ ਜਸਟ ਫਰੋਮ ਆਵਰ ਕਾਲਜ, ਐਨੀ ਅਦਰ ਕਾਲਜ। ਸਭ ਤੋਂ ਪਹਿਲਾਂ ਕਿ ਵੀ ਮੈਂ ਬਹਿਣਾ ਹੈ ਤੁਹਾਡੇ ਪਹਿਲਾਂ, ਉਹਨਾਂ ਦਾ ਸਿਰ ਖਾਓ, ਪਹਿਲਾਂ ਪਤਾ ਕਰੋ ਕਿ ਵੀ ਮੇਰਾ, ਕਿਉਂਕਿ ਹੁਣ ਇਹ ਸੈਕੰਡ ਚਾਂਸ ਤੁਸੀਂ ਆਪਣੇ ਆਪ ਦੇ ਵਿੱਚ ਇਨਵੈਸਟ ਕਰ ਰਹੇ ਹੋ। ਯੂ ਡੋਂਟ ਵਾਂਟ ਟੂ ਅਗੇਨ ਗੋ ਰੋਂਗ ਵਿਦ ਦੈਟ। ਸੋ ਯੂ ਹੈਵ ਟੂ ਕਲੈਕਟ ਇਟ। ਤੁਹਾਨੂੰ ਕੋਈ ਮੇਰੇ ਵਰਗੇ ਨੇ ਦੱਸ ਕੇ ਤੁਹਾਡੇ ਦਿਮਾਗ ਵਿੱਚ ਨਹੀਂ ਗੱਲ ਪਾਉਣੀ, ਤੁਹਾਨੂੰ ਆਪਣੇ ਆਪ ਹੀ ਪਹਿਲਾਂ ਸਮਝਣਾ ਪੈਣਾ, ਕਿਉਂਕਿ ਤੁਸੀਂ ਇੱਕ ਲਾਈਫ ਦਾ ਡਿਸੀਜਨ ਲੈ ਰਹੇ ਆ। ਯੂ ਹੈਵ ਟੂ ਬੀ ਅਵੇਅਰ ਆਫ ਇਟ। ਐਕਚੁਅਲੀ ਤੁਸੀਂ ਮੈਨੂੰ ਐਜ਼ ਏ ਏਜੰਟ ਨਾ ਸਮਝੋ, ਜਿਹੜੀ ਕਿ ਸਾਡੀ ਮੈਂਟੈਲਿਟੀ ਇੰਡੀਆ ਦੇ ਵਿੱਚ ਹੋ ਜਾਂਦੀ ਹੈ ਕਿ ਅਸੀਂ ਹਮੇਸ਼ਾ ਇੱਕ ਸ਼ਾਰਟਕਟ ਲੱਭਦੇ ਹਾਂ ਕਿ ਕੋਈ ਏਜੰਟ ਦੱਸੂਗਾ ਤਾਂ ਉਹ ਸਾਨੂੰ ਦੱਸ ਦੂਗਾ ਕਿ ਹਾਂਜੀ ਇਸ ਰਸਤੇ ਚੱਲ ਜਾ ਤਾਂ ਮੈਂ ਚੱਲ ਜਾਊਂਗਾ। ਨੋ, ਹੀਅਰ ਇਨ ਕੈਨੇਡਾ ਇਜ਼ ਨਾਟ ਐਨ ਏਜੰਟ ਰਿਲੇਟਡ ਕਾਈਂਡ ਆਫ ਅ ਬਿਜ਼ਨਸ, ਸਪੈਸ਼ਲੀ ਵੈਨ ਯੂ ਆਰ ਇਨਵੈਸਟਿੰਗ ਇਨ ਯੋਰ ਸੈਲਫ ਐਂਡ ਤੁਸੀਂ ਆਪਣੀ ਫਿਊਚਰ ਦੀ ਗੱਲ ਕਰ ਰਹੇ ਹੋ। ਇਟਸ ਵੈਰੀ ਵੈਰੀ ਇੰਪੋਰਟੈਂਟ ਕਿ ਤੁਸੀਂ ਆਪ ਡਰਾਈਵਰ ਬਣੋ, ਆਪ ਮਕੈਨਿਕ ਬਣੋ ਆਪਣੇ। ਇੱਕ ਮੈਸੇਜ ਹੈ ਆਪਣਾ ਕਮਲਜੀਤ ਜੀ, ਇਹ ਕਹਿੰਦੇ ਜੀ 4 ਸਾਲ ਪਹਿਲਾਂ ਇਹਨਾਂ ਦੇ ਕੋਈ ਸਿਸਟਰ ਕਹਿੰਦੇ ਇੰਡੀਆ 'ਚੋਂ ਆਏ ਅਤੇ ਇਹ ਕਿਸੇ ਪਬਲਿਕ ਕਾਲਜ ਨੂੰ ਮਿਲਣ ਗਏ ਕਿ ਜੀ ਇਹਨੂੰ ਕੋਈ ਕਰੀਅਰ ਕਾਉਂਸਲਿੰਗ ਦੇ ਦਿਓ। ਕਹਿੰਦੇ ਕੋਈ ਚੰਗਾ ਪਬਲਿਕ ਕਾਲਜ ਸੀ BC 'ਚ, ਅਤੇ ਉਹ ਪੁੱਛਦੇ ਸਾਨੂੰ ਵੀ ਉਹ ਜਿਹੜੀ ਤੁਹਾਡੀ ਸਿਸਟਰ ਹੈ ਉਹ ਤੁਸੀਂ ਇੱਥੇ PR ਹੋ ਕਿ ਇੰਟਰਨੈਸ਼ਨਲ ਸਟੂਡੈਂਟ? ਉਹ ਕਹਿੰਦੇ ਜੀ PR। ਅਤੇ ਉਹ ਕਹਿੰਦੇ ਜੀ ਅਸੀਂ PR ਨੂੰ ਨਹੀਂ ਕਾਉਂਸਲਿੰਗ ਦਿੰਦੇ, ਅਸੀਂ ਸਿਰਫ ਇੰਟਰਨੈਸ਼ਨਲ ਸਟੂਡੈਂਟ ਨੂੰ ਕਾਉਂਸਲਿੰਗ ਦਿੰਦੇ। ਬਿਲਕੁਲ। ਯਾ ਇਟਸ very unfortunate, but yeah, that's true in some cases. ਬਿਲਕੁਲ। ਅੱਛਾ, ਦੂਸਰੀ ਹੁਣ ਇੱਕ ਇਹ ਵੀ ਸਿਚੁਏਸ਼ਨ ਹੈ, ਇਹ ਵੀ ਇੱਕ ਸੈਗਮੈਂਟ ਹੈ ਜਿਹਦੀ ਇਸ ਵੇਲੇ ਕੋਈ ਸੁਣਵਾਈ ਨਹੀਂ ਹੋਈ ਪਿਛਲੇ ਟਾਈਮ 'ਚ। ਜਿਹੜਾ ਸਾਡਾ ਡੋਮੈਸਟਿਕ ਸਟੂਡੈਂਟ ਇੱਥੇ ਪੜ੍ਹ ਰਿਹਾ ਸੀ ਜੀ, ਉਹਨਾਂ ਨੂੰ ਜੋਬ 'ਚ ਵੀ ਪ੍ਰੋਬਲਮ ਹੈ, ਅਤੇ ਉਹ ਬਹੁਤ ਸਾਰੇ ਜਿਹੜੇ ਸੋ ਕਾਲ ਪਬਲਿਕ ਕਾਲਜ ਸੀ, ਵੱਡੇ ਵੱਡੇ ਨਾਮ, ਉੱਥੇ ਹੁਣ ਜਾਣਾ ਨਹੀਂ ਸੀ ਚਾਹੁੰਦੇ ਜੀ, ਕਿਉਂਕਿ ਉਹ ਉੱਥੇ ਜਾ ਕੇ ਆਪਣੇ ਸ਼ਹਿਰ 'ਚ, ਆਪਣੇ ਮੁਲਕ 'ਚ ਉੱਥੇ ਜਾ ਕੇ ਉਹਨਾਂ ਨੂੰ ਲੱਗਦਾ ਸੀ ਕਿਤੇ ਬਾਹਰ ਪੜ੍ਹਨ ਆ ਗਏ। ਬਿਲਕੁਲ ਇਹੋ ਜਿਹਾ ਮਾਹੌਲ ਹੋ ਗਿਆ ਸੀ। ਬਿਲਕੁਲ, ਯਾ 100% ਐਗਰੀ। ਕਿਉਂਕਿ ਉਹੀ ਹੈ ਨਾ, ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਜੇ ਉਹ ਇੰਟੀਗ੍ਰੇਟ ਨਹੀਂ ਹੋ ਰਹੇ ਸੀ, ਉਹ ਡਿਸਇੰਟੀਗ੍ਰੇਟ ਹੋ ਰਹੇ ਸੀਗੇ। ਮਤਲਬ ਜਿੱਥੇ ਅਸੀਂ ਇੱਕ ਕੈਨੇਡੀਅਨ ਵੇ ਆਫ ਲਾਈਫ ਦੇ ਵਿੱਚ ਜੁੜਨਾ ਚਾਹੁੰਦਾ ਸੀਗਾ ਅਸੀਂ, ਕਿਉਂਕਿ ਉਹਨਾਂ ਦੀ ਪਾਪੂਲੇਸ਼ਨ ਇੰਨੀ ਜ਼ਿਆਦਾ ਹੋ ਗਈ, ਫੋਕਸ ਹੀ ਉਸ ਇੰਸਟੀਟਿਊਸ਼ਨਸ ਦਾ ਟੋਟਲ ਡਿਫਰੈਂਟ ਹੋ ਗਿਆ, ਤਾਂ ਉਹ ਉਸ ਤਰ੍ਹਾਂ ਦੀਆਂ ਮਾਈਂਡਸੈਟ ਹੀ ਨਹੀਂ, ਉਹ ਇਨਵਾਇਰਮੈਂਟ ਹੀ ਨਹੀਂ ਪੈਦਾ ਕਰ ਸਕੇ। ਉਹ ਜਿਹੜਾ ਹੁਣ ਡੋਮੈਸਟਿਕ ਸਟੂਡੈਂਟ ਹੈ, ਯੂਥ ਹੈ ਪਿਛਲੇ ਟਾਈਮ 'ਚ, ਉਹ ਕੀ ਕਰ ਰਿਹਾ ਫਿਰ? ਕਈ ਵਾਰ ਇਸ ਨੂੰ ਲੈ ਕੇ ਵੀ ਸਵਾਲ ਉੱਠਦੇ, ਕਿਉਂਕਿ ਅੱਗੇ ਉਹ ਸਮਰ ਜੋਬ ਕਰਦਾ ਸੀ ਲੋਕਲ, ਜਿਹੜਾ ਡੋਮੈਸਟਿਕ ਸਟੂਡੈਂਟ ਹੈ ਹੋਰ ਛੋਟੀਆਂ ਜੋਬਸ ਕਰਦਾ ਸੀ, ਉਹ ਤਾਂ ਹੁਣ ਕਿਤੇ ਨਜ਼ਰ ਨਹੀਂ ਆ ਰਿਹਾ ਜੀ। ਉਹ ਕਿੱਥੇ ਗਿਆ, ਕੀ ਕਰ ਰਿਹਾ ਹੁਣ? ਉਹ ਦੇ ਆਰ ਨਾਟ ਡੂਇੰਗ ਐਨੀਥਿੰਗ, ਦੇ ਆਰ ਜਸਟ ਡਰੇਨਡ, ਦੇ ਆਰ ਕਨਫਿਊਜ਼ਡ। ਨਾਟ ਐਵਰੀਬਡੀ ਇਜ਼ ਏਬਲ ਟੂ ਗ੍ਰੈਜੂਏਟ ਫਰੋਮ ਦ ਯੂਨੀਵਰਸਿਟੀ। ਹਰੇਕ ਆਪਣੇ ਬੱਚੇ ਦਾ ਇੱਕ ਮਾਈਂਡ ਸੈਟ ਹੁੰਦਾ, ਇੱਕ ਆਪਣੇ ਦਾ ਮੈਂਟਲ ਲੈਵਲ ਵੀ ਹੁੰਦਾ ਹੈ, ਅਤੇ ਦੇ ਆਰ ਟਰਾਈੰਗ ਟੂ ਫਾਈਂਡ ਸਮ ਅਦਰ ਆਲਟਰਨੇਟਿਵ ਵੇਜ਼ ਨਾਓ। ਉਹਨਾਂ ਦੀ ਜਿਹੜੀ ਪਾਪੂਲੇਸ਼ਨ ਆ ਇਸ ਇੰਸਟੀਟਿਊਸ਼ਨਸ ਦੇ ਵਿੱਚ ਡੈਫੀਨਿਟਲੀ 50% ਤੋਂ ਵੀ ਘਟੀ ਹੋਈ ਹੈ। ਪਰ ਦੂਸਰੇ ਪਾਸੇ ਇਹ ਆ ਕਿ ਮੈਂ ਇਸ ਤਰ੍ਹਾਂ ਨਹੀਂ ਕਹਿ ਰਿਹਾ, ਕਿਉਂਕਿ ਆਈ ਰਨ ਏ ਪ੍ਰਾਈਵੇਟ ਕਰੀਅਰ ਕਾਲਜ ਨਾਓ। ਦ ਗਵਰਨਮੈਂਟ ਆਫ ਓਨਟਾਰੀਓ ਹੈਜ਼ ਚੇਂਜਡ ਕਿ ਪਹਿਲਾਂ ਇਹਨੂੰ ਪ੍ਰਾਈਵੇਟ ਕਰੀਅਰ ਕਾਲਜ ਕਹਿੰਦੇ ਸੀ, ਹੁਣ ਇਹਨਾਂ ਕਹਿੰਦੇ ਓਨਟਾਰੀਓ ਕਰੀਅਰ ਕਾਲਜਸ। ਦੇਰ ਆਰ ਲੋਟ ਆਫ ਕਾਲਜਸ ਲਾਈਕ ਅਸ, ਜਿਹੜਾ ਉਹ ਯੂਥ ਆ ਜੀ ਉਹ ਸਾਡੇ ਕੋਲ ਆ ਰਿਹਾ। ਤਦੀ ਮੈਂ ਤੁਹਾਨੂੰ ਕਹਿ ਕੇ ਦੇਖਿਆ ਕਿ 90% ਤੋਂ ਲੈ ਕੇ ਸਾਡੇ ਸਟੂਡੈਂਟਸ ਜਿਹੜੇ ਡੋਮੈਸਟਿਕ ਸਟੂਡੈਂਟਸ ਹੈਗੇ, ਸ਼ੋਰਟਰ ਡਿਊਰੇਸ਼ਨ ਦੇ ਟਾਈਮ ਪ੍ਰੋਗਰਾਮਸ ਹੁੰਦੇ ਆ, ਦੇ ਆਰ ਮੋਰ ਫੋਕਸ ਟੂਵਰਡਸ ਇਨ ਆਕੂਪੇਸ਼ਨ। ਐਕਚੁਅਲੀ ਦਿਸ ਇਜ਼ ਦ ਪਰਪਸ ਆਫ ਕਰੀਅਰ ਕਾਲਜਸ ਐਕਚੁਅਲੀ। ਸੋ ਇਹ ਜਿਹੜੇ ਲੋਕਲ ਯੂਥ ਹੈਗਾ ਆ, ਦੇ ਆਰ ਕਮਿੰਗ ਟੂ ਅਸ
we still trying to pass this information ਕਿਉਂਕਿ ਹਜੇ ਵੀ ਜਿਹੜੇ public institutions their infrastructure is so huge, so humongous, they can market very well to them actually. ਅਸੀਂ ਉਹਨਾਂ ਦੇ ਲੈਵਲ ਤੇ ਮਾਰਕੀਟ ਨਹੀਂ ਕਰ ਪਾਉਂਦੇ, ਪਰ ਜਿਹੜਾ ਇੱਥੇ ਦਾ ਲੋਕਲ ਡੋਮੈਸਟਿਕ ਯੂਥ ਹੈ ਹਜੇ ਵੀ ਉਹ ਬਿਗ ਬਿਲਡਿੰਗਸ ਐਂਡ ਆਲ ਦੈਟ ਉਧਰਲੇ ਪਾਸੇ ਉਹਨਾਂ ਦਾ ਧਿਆਨ ਹੁੰਦਾ, ਪਰ ਉਹ ਸ਼ਿਫਟ ਹੋ ਰਿਹਾ ਜੀ ਬਿਕਾਜ਼ ਦੇ ਹੈਵ ਸੀਨ ਕਿ ਵੀ ਥੀਸ ਇੰਸਟੀਟਿਊਸ਼ਨਸ ਆਰ ਨਾਟ ਫॉर ਅਸ, ਇਟ ਬਿਲੋਂਗਸ ਟੂ ਦੀ ਅਦਰ ਟਾਈਪ ਆਫ ਸਟੂਡੈਂਟਸ ਐਕਚੁਅਲੀ। ਸੋ ਆਫ ਕੋਰਸ ਦੈਟ ਉਹ ਜਿਹੜਾ ਯੂਥ ਨੂੰ ਅਸੀਂ ਵੀ ਪਰ ਇਹ ਸਾਡੀ ਗਵਰਨਮੈਂਟ ਦੀ ਵੀ ਤਾਂ ਜ਼ਿੰਮੇਵਾਰੀ ਹੈ ਕਿ ਜਿਹੜਾ ਤੁਸੀਂ ਕੋਈ ਰਨ ਕਰ ਰਹੇ ਹੋ ਪ੍ਰੋਗਰਾਮ, ਕੀ ਪ੍ਰੋਗਰਾਮ ਤੁਸੀਂ ਰਨ ਕਰ ਰਹੇ ਹੋ, ਮਤਲਬ ਕਿ ਜਿਹੜੇ ਤੁਹਾਡੀ ਜਿਹੜਾ ਤੁਹਾਡਾ ਆਪਣੀ ਇੱਥੇ ਦੀ ਲੋਕਲ ਕਮਿਊਨਿਟੀ ਹੈ ਜੀ, ਉਹਦਾ ਜਿਹੜਾ ਯੂਥ ਹੈ ਉਹਨਾਂ ਨੂੰ ਰਸਤੇ ਨਜ਼ਰ ਨਹੀਂ ਆ ਰਹੇ। ਤੁਸੀਂ ਸਿਰਫ ਜਿਹੜੀਆਂ ਲੌਬੀਜ਼ ਜਿਹੜੀਆਂ ਗਰੀਡ 'ਚ ਫਸੀਆਂ ਹੋਈਆਂ ਨੇ, ਜਿਹੜੀਆਂ ਬੇਸਿਕਲੀ ਮੈਂ ਕਹੂੰਗਾ ਸਲੇਵ ਟਰੇਡ ਕਰ ਰਹੇ ਨੇ ਅੱਜ ਦੀ, ਮਤਲਬ ਇਹਨਾਂ ਨੂੰ ਬੁਰਾ ਲੱਗੇਗਾ ਪਰ ਬੇਸਿਕਲੀ ਇਹ ਸਲੇਵ ਟਰੇਡ ਕਰ ਰਹੇ ਨੇ ਜੀ, ਅਤੇ ਉਹਨਾਂ ਨੂੰ ਤੁਸੀਂ ਖੁੱਲ੍ਹੀ ਛੁੱਟੀ ਦਿੱਤੀ ਹੋਈ ਹੈ ਅਤੇ ਜਿਹੜਾ ਲੋਕਲ ਸਟੂਡੈਂਟ ਹੈ ਉਹਨੂੰ ਕੋਈ ਰਾਹ ਨਹੀਂ ਨਜ਼ਰ ਆ ਰਿਹਾ। ਹਾਂਜੀ, ਇਹ ਸਾਰੇ ਕਹਿੰਦੇ ਨਾ ਕਿ ਇਹ ਸਾਰੇ ਮਿਸਮੈਚ ਦੇ ਵਿੱਚ ਇਹ ਚੀਜ਼ਾਂ ਜ਼ਰੂਰ ਸਫਰ ਹੋ ਰਹੀਆਂ ਇਸ ਵੇਲੇ। ਆਈ ਥਿੰਕ ਹੁਣ ਇਹ ਆ ਕਿ ਇਟਸ ਗੁੱਡ ਥਿੰਗ ਕਿ ਵਟ ਐਵਰ ਹੈਜ਼ ਹੈਪਨ ਲੈਸਨ ਹੀ ਲਰਨ ਕਰ ਸਕਦੇ ਆਪਾਂ ਉਸ ਤੋਂ ਬਾਅਦ, ਐਂਡ ਵੀ ਵਿਲ ਕਮ ਬੈਕ ਟੂ ਦ ਫੋਕਸ ਏਰੀਆਜ਼ ਕਿ ਜਿੱਥੇ ਕਰੀਅਰਸ ਹੈਗੇ ਆ, ਜਿਸ ਲਾਈਨਸ ਦੇ ਵਿੱਚ ਕਰੀਅਰਸ ਹੈ, ਜਿਸ ਲਾਈਨਸ ਦੇ ਵਿੱਚ ਜੋਬਸ ਹੈਗੀਆਂ। ਫੋਰ ਐਗਜ਼ਾਮਪਲ ਵੀ ਆਲ ਨੋ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਟੈਕਨੋਲੋਜੀਕਲ ਲਾਈਨ ਦੇ ਵਿੱਚ ਹਿਊਜ ਨੰਬਰ ਆਫ ਓਪਰਚੁਨਿਟੀਜ਼ ਡਿਵੈਲਪ ਹੋ ਰਹੀਆਂ, ਉਹਨਾਂ ਦੀਆਂ ਹੋਰ ਜੋਬਸ ਨਿਕਲਣਗੀਆਂ। ਉਹਦੇ ਲਈ ਹੁਣ ਸਾਨੂੰ ਤਿਆਰ ਹੋਣਾ ਪੈਣਾ, ਇਹ ਨਹੀਂ ਕਿ ਜਦੋਂ ਉਹ ਭਰ ਗਈਆਂ। ਸਿਮਿਲਰਲੀ ਔਨ ਦ ਟ੍ਰੇਡ ਸਾਈਡ ਦੇ ਉੱਤੇ ਜੀ ਹਿਊਜ ਓਪਰਚੁਨਿਟੀਜ਼ ਆਉਂਦਾ ਐਕਚੁਅਲੀ। ਦੇਰ ਇਜ਼ ਅ ਲੋਟ, ਹਰੇਕ ਕਿਉਂਕਿ ਨਾ ਹਰੇਕ ਤਰ੍ਹਾਂ ਦਾ ਹਰੇਕ ਬੱਚੇ ਦਾ ਇੱਕ ਆਪਣਾ ਮੈਂਟਲ ਲੈਵਲ ਵੀ ਹੁੰਦਾ। ਨਾਟ ਐਵਰੀਬਡੀ ਇਜ਼ ਮੇਡ ਟੂ ਬੀ ਅ ਡਾਇਰੈਕਟਰ ਔਰ ਪ੍ਰੈਸੀਡੈਂਟ ਔਰ ਸਮਥਿੰਗ ਫॉर ਐਵਰੀ। Some students are, some individuals are good in administration, some are more creative, some are more tradesmen actually. ਕੋਈ ਬੰਦਾ ਆਪਣੇ ਹੱਥ ਨਾਲ ਕੰਮ ਕਰਨਾ ਚਾਹੁੰਦਾ ਹੈ, ਹਰੇਕ ਦੀ ਆਪਣੀ ਇੱਕ ਯੂਨੀਕ ਸਟਰੈਂਥ ਹੁੰਦੀ ਹੈ ਜੀ। ਸੋ ਫਸਟ ਆਫ ਆਲ ਕੀ ਹੁੰਦਾ ਹੈ ਕਿ ਜਿੱਦਾਂ ਤੁਸੀਂ ਪਹਿਲਾਂ ਦੱਸਿਆ ਕਿ ਪਬਲਿਕ ਇੰਸਟੀਟਿਊਸ਼ਨ ਦਾ ਪਰਪਸ ਸੀਗਾ ਕਿ ਟੂ ਗਿਵ ਅ ਕਾਉਂਸਲਿੰਗ, ਟੂ ਫਾਈਂਡ ਆਊਟ ਕਿ ਵੀ ਅਗਲੇ ਬੱਚੇ ਦੀ ਜਾਂ ਉਹ ਸਟੂਡੈਂਟ ਦੀ ਕਿੱਥੇ ਕੁ ਉਹਦਾ ਸਟਰੈਂਥ ਹੈਗੀ ਆ, ਉਹਦੇ ਹਿਸਾਬ ਨਾਲ ਉਹਨੂੰ ਹਾਰਡਨੈਸ ਕੀਤਾ ਜਾਵੇ, ਉਹਨੂੰ ਐਮਪਾਵਰ ਕੀਤਾ ਜਾਵੇ। ਨਹੀਂ, ਮੈਨੂੰ ਕੀ ਦੱਸੋ, ਜਿਹੜੇ ਪਬਲਿਕ ਕਾਲਜ ਨੇ ਇਹ ਠੀਕ ਹੈ, ਇਹਨਾਂ ਦੀ ਫੰਡਿੰਗ ਘਟੀ ਹੈ ਜੀ, ਇਹਨਾਂ ਦੀ ਫੰਡਿੰਗ ਬੰਦ ਤਾਂ ਨਹੀਂ ਨਾ ਹੋਈ? ਨਹੀਂ, ਬੰਦ ਨਹੀਂ ਹੋਈ, ਠੀਕ ਹੈ ਨਾ, ਅਜੇ ਵੀ ਇਹਨਾਂ ਨੂੰ ਫੰਡਿੰਗ ਮਿਲਦੀ ਹੈ। ਜੇ ਇਹ ਪਬਲਿਕ ਪੈਸਾ ਲੈ ਰਹੇ ਨੇ, ਗਵਰਨਮੈਂਟ ਫੰਡਿੰਗ ਜਾ ਰਹੀ ਹੈ, ਤਾਂ ਇਹ ਗਵਰਨਮੈਂਟ ਦੀ ਰਿਸਪੋਂਸੀਬਿਲਿਟੀ ਹੈ ਕਿ ਉਹ ਇਨਸ਼ੋਰ ਕਰੇ ਕਿ ਇਹ ਜਿਹੜੀ ਸਾਡੀ ਲੋਕਲ ਪਾਪੂਲੇਸ਼ਨ ਆ ਉਹਨੂੰ ਕੁਛ ਸਰਵਿਸ ਡਿਲੀਵਰ ਕਰ ਰਹੇ ਨੇ ਕਿ ਜਾਂ ਮੇਰਾ ਬਿਜ਼ਨਸ ਚਲਾ ਰਹੇ ਨੇ। ਇਹਨਾਂ ਪਬਲਿਕ ਇੰਸਟੀਟਿਊਸ਼ਨਸ ਦੇ ਉੱਤੇ ਵੀ KPIs ਕੀ ਪਰਫਾਰਮੈਂਸ ਇੰਡੀਕੇਟਰਸ ਅਪਲਾਈ ਹੁੰਦੇ ਕਿ ਨੰਬਰ ਆਫ ਗ੍ਰੈਜੂਏਟਸ ਕਿੰਨੇ ਹੋ ਰਹੇ ਆ ਤੁਹਾਡੇ ਇੰਸਟੀਟਿਊਸ਼ਨਸ ਤੋਂ, ਨੰਬਰ ਆਫ ਗ੍ਰੈਜੂਏਟਸ ਐਵਰੀ ਪ੍ਰੋਗਰਾਮ ਦੇ ਵਿੱਚੋਂ ਕਿੰਨੇ ਹੋ ਰਹੇ ਆ, ਨੰਬਰ ਆਫ employment rate in the field of study ਕੀ ਆ, employment rate ਇੱਕ ਜਰਨਲ ਕੀ ਹੈਗਾ। I think these numbers are published on every college including career colleges like us as well. They have to publish those. So government ਦੇ ਇੱਦਾਂ ਦੇ benchmark ਜ਼ਰੂਰ ਹੈਗੇ ਆ। They must be looking at these indicators, and these indicators are very important actually for the future path of these institutions actually. This will dictate, they have to correct themselves. And based on these KPIs are all thing, ਮੈਨੂੰ ਇਹ ਨਹੀਂ ਪਤਾ ਪਰ ਮੇਰੇ ਖਿਆਲ ਦੇ whenever the funding comes from the public institutions actually these numbers do come into play. So ਇਹ ਹੁੰਦੇ ਆ ਜ਼ਰੂਰ। ਸੋ ਇਹਦੇ ਵਿੱਚ ਹੋ ਸਕਦਾ ਕਿ ਥੋੜ੍ਹੇ ਬਹੁਤੀਆਂ ਮਿਸਮੈਚ ਹੋਣ ਜਾਂ ਥੋੜ੍ਹੀ ਬਹੁਤੀਆਂ ਗਲਤੀਆਂ ਹੋਣ, but I think they have to correct themselves actually. But what I want to bring it back, ਸ਼ਮੀਲ ਜੀ, focus ਕਿ ਵੀ opportunities ਨਾ ਸਿਰਫ ਅਸੀਂ ਇਹ ਨਾ ਸੋਚੀਏ ਕਿ ਜਿਹੜੀ ਜੋਬਸ ਓਪਰਚੁਨਿਟੀਜ਼ ਅੱਜ ਤੋਂ 5 ਸਾਲ ਸੀਗੀਆਂ ਪਹਿਲਾਂ ਉਹ ਅੱਜ ਵੀ ਹੋਣਗੀਆਂ ਜਾਂ ਅੱਗੇ ਹੋਣਗੀਆਂ। ਨੋ, ਇਟਸ ਬਿਨ ਚੇਂਜਿੰਗ। ਜਿਹੜੀ ਰੇਟ ਆਫ ਚੇਂਜ ਹੋ ਰਿਹਾ ਨਾ ਜੀ, ਬਹੁਤ ਤੇਜ਼ ਹੋ ਰਿਹਾ ਜੀ। ਅਤੇ ਸਾਰਿਆਂ ਵਾਸਤੇ ਚੇਂਜ ਹੋਇਆ, ਡੋਮੈਸਟਿਕ ਵਾਸਤੇ ਵੀ ਅਤੇ ਜਿਹੜਾ ਫੋਰਨ ਸਟੂਡੈਂਟ ਉਹਦੇ ਵਾਸਤੇ ਵੀ। ਫੋਰਨ ਸਟੂਡੈਂਟ ਲਈ ਤਾਂ ਜ਼ਿਆਦਾ ਹੋਇਆ ਜੀ, ਉਹਨਾਂ ਨੂੰ ਸਗੋਂ ਜ਼ਿਆਦਾ ਚੈਲੰਜਸ ਉਹਨਾਂ ਨੂੰ ਜ਼ਿਆਦਾ ਚੈਲੰਜਸ ਹੈ ਕਿਉਂਕਿ ਉਹ ਇੱਕਦਮ ਇੱਕ ਟੋਟਲੀ ਨਵੇਂ ਛੋਟੀ ਮਤਲਬ ਕੰਟਰੀ ਤੋਂ ਲੈ ਕੇ ਇੱਥੇ ਆਏ ਆ, ਉਹਨਾਂ ਲਈ ਤਾਂ ਬਹੁਤ ਜ਼ਿਆਦਾ ਚੈਲੰਜਸ ਹੈਗੇ ਆ। ਸੋ ਉਹਨਾਂ ਨੂੰ ਤਾਂ ਜ਼ਿਆਦਾ ਹੀ ਇਨਫੋਰਮਡ ਡਿਸੀਜਨ ਲੈਣਾ ਚਾਹੀਦਾ ਹੈ। They should not be believing anyone actually, ਕਿਉਂਕਿ ਉਹ ਇੰਨਾ ਕੁ ਅਲੱਗ-ਅਲੱਗ ਲੋਕਾਂ ਦੇ ਹੱਥੇ ਚੜ੍ਹੇ ਆ ਇੰਡੀਆ ਤੋਂ ਲੈ ਕੇ। ਜਦੋਂ ਮੈਂ ਫੋਰ ਐਗਜ਼ਾਮਪਲ ਇੰਡੀਆ ਦਾ ਮੈਂ ਐਗਜ਼ਾਮਪਲ ਲੈ ਰਿਹਾ ਕਿ ਉੱਥੋਂ ਜਦੋਂ ਉਹਨਾਂ ਦੇ ਸਕੂਲਿੰਗ ਸਿਸਟਮ ਵੀ ਜਿਹੜੇ ਇੰਡੀਆ ਦੇ ਵਿੱਚ ਸੀਗੇ ਉੱਥੋਂ ਵੀ ਉਹ ਕਈ ਵਾਰੀ ਪ੍ਰੋਪਰ ਨਹੀਂ ਨਿਕਲ ਹੋਏ। ਉੱਥੇ ਵੀ ਉਹਨਾਂ ਕੋਲ ਡਿਗਰੀਆਂ ਡਿਪਲੋਮਾ ਤਾਂ ਬਥੇਰੇ ਆ, ਦੇਰ ਸੋ ਮੈਨੀ ਡਿਗਰੀ ਡਿਪਲੋਮਾ ਹੁਣ ਵੀ ਆ ਜਿਹੜੇ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਵਿੱਚ ਇੱਥੇ ਇੰਸਟੀਟਿਊਸ਼ਨ ਰਨ ਹੁੰਦੇ ਸੀਗੇ ਜਾਂ ਹੋ ਰਹੇ ਆ। ਜਿੰਨੇ ਮਰਜ਼ੀ ਡਿਪਲੋਮਾ ਡਿਗਰੀਆਂ ਇਕੱਠੀ ਕਰ ਲਓ ਜੀ, ਪੋਸਟ ਡਿਗਰੀ ਡਿਪਲੋਮਾ ਨੇ ਤੁਹਾਨੂੰ ਜੋਬ ਨਹੀਂ ਮਿਲਣੀ ਦੇਣੀ, ਬਿਲਕੁਲ ਨਹੀਂ ਦੇਣੀ।
ਠੀਕ ਹੈ 5% ਐਕਸੈਪਸ਼ਨ ਹੋਣਗੇ ਕਿਸੇ ਦਾ ਜਿਹੜੇ ਲੱਕ ਚੱਲ ਗਿਆ, ਪਰ ਜੇ ਤੁਹਾਡੇ ਵਿੱਚ ਤੁਹਾਡੇ ਕਰੀਅਰ ਤੁਹਾਡੇ ਵਿੱਚ ਨੌਲੇਜ ਤੁਹਾਨੂੰ ਨੌਲੇਜ ਹੋਊਗੀ ਤਦ ਹੀ ਤੁਹਾਨੂੰ ਜੋਬ ਮਿਲਣੀ ਹੈ, ਨਾਟ ਅ ਪੀਸ ਆਫ ਪੇਪਰ। ਕਿਉਂਕਿ ਪੀਸ ਆਫ ਪੇਪਰ ਤੁਹਾਨੂੰ PR ਤਾਂ ਦਵਾ ਸਕਦਾ ਆ ਪਰ ਜੋਬ ਨਹੀਂ ਦਵਾ ਸਕਦਾ। ਅੱਜ ਦੀ ਡੇਟ ਵਿੱਚ ਇਹੀ ਹੋਇਆ ਨਾ ਜੀ, ਜਿੰਨੇ ਵੀ ਇੰਟਰਨੈਸ਼ਨਲ ਸਾਰਿਆਂ ਕੋਲ ਡਿਪਲੋਮਾਸ ਵੀ ਹੈਗੇ ਆ, ਉਹਨਾਂ ਕੋਲ ਪੋਸਟ ਗ੍ਰੈਜੂਏਟ ਵਰਕ ਪਰਮਿਟ ਵੀ ਹੈਗੇ ਆ, ਉਹਨਾਂ ਕੋਲ PR ਦਾ ਵੀ ਰਸਤਾ ਖੁੱਲ੍ਹਿਆ ਹੈ, ਪਰ ਉਹਨਾਂ ਦੇ ਵਿੱਚੋਂ ਕਿੰਨਿਆਂ ਕੁ ਨੂੰ ਜੋਬ ਮਿਲਿਆ ਜਿਹਦੇ ਵਿੱਚ ਉਹ ਜਿਹੜਾ ਡਿਪਲੋਮਾ ਉਹਨਾਂ ਨੇ, ਜਿਹੜਾ ਪੀਸ ਆਫ ਪੇਪਰ ਉਹਨਾਂ ਨੇ ਹੱਥ ਵਿੱਚ ਹੈਗਾ। ਅੱਛਾ, ਇੱਕ ਸਵਾਲ ਇਹ ਹੈ, ਕਹਿੰਦੇ ਜੀ ਇਹਨਾਂ ਨੇ ਕਾਲਜ ਕੋਈ ਕੋਰਸ ਕੀਤਾ ਕੰਸਟਰਕਸ਼ਨ ਨੂੰ ਦਾ, ਰੈਨੋਵੇਸ਼ਨ ਦਾ ਰਿਲੇਟਡ, ਹਾਂਜੀ ਸਾਰਾ ਕੁਝ ਸੀਗਾ ਕਾਲਜ ਦੇ ਅੰਦਰ, ਰੈਨੋਵੇਸ਼ਨ ਪ੍ਰੈਕਟੀਕਲ ਸਿਖਾਈ, ਕੁਛ 20% ਥਿਅਰੀ ਸੀ, ਪਰ ਇਹਦੇ ਬਾਵਜੂਦ ਵੀ ਕਹਿੰਦੇ ਜਦੋਂ ਮੈਂ ਜਾਂਦਾ ਕੰਮ ਨਹੀਂ ਮਿਲਦਾ, ਉਹ ਕਹਿੰਦੇ ਨੇ ਤੁਹਾਡੇ ਕੋਲ 2-3 ਸਾਲ ਦਾ ਐਕਸਪੀਰੀਅੰਸ ਚਾਹੀਦਾ। ਇਹ ਜਨਰਲਾਈਜ਼ ਕਰ ਸਕਦੇ ਹਾਂ ਜੀ, ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ ਵੈਸੇ, ਠੀਕ ਹੈ, ਕੋਈ ਨਾ ਕੋਈ ਕਮੀ ਪੇਸ਼ੀ ਜ਼ਰੂਰ ਹੋਊਗੀ। ਜਾਂ ਆਪਾਂ ਇਹ ਨਹੀਂ ਕਰ ਸਕਦੇ ਕਿ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਰੈਨੋਵੇਸ਼ਨ ਦੇ ਵਿੱਚ ਵੀ ਤੁਸੀਂ ਗੱਲ ਕਰੋ ਕਿ ਜੇ 100 ਸਟੂਡੈਂਟ ਗਏ ਤਾਂ 100 ਦੇ 100 ਸਟੂਡੈਂਟ ਨੂੰ ਜੋਬ ਮਿਲ ਜਾਊਗੀ। ਜੇ 80% ਦਾ ਇੰਪਲੋਇਮੈਂਟ ਰੇਟ ਇਨ ਦਾ ਫੀਲਡ ਆਫ ਸਟੱਡੀ ਹੋਵੇ, ਦੈਟ ਮੀਨਸ ਦੈਟ ਇਜ਼ ਰਾਈਟ ਐਕਚੁਅਲੀ। ਕੋਈ ਨਾ ਕੋਈ ਕਮੀਆਂ ਪੇਸ਼ੀਆਂ ਹੋਣਗੀਆਂ ਇਹਨਾਂ ਦੀ ਅਪਰੋਚ ਵਿੱਚ ਹੋਣਗੀਆਂ, ਜਾਂ ਹੋਰ ਕਿਸੇ ਚੀਜ਼ ਦੀ ਘਾਟ ਹੋਗੀ, ਹਾਲਾਂਕਿ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ ਜੀ। ਪਰ ਅਗੇਨ ਜੇ ਕੋਈ ਇਸ ਤਰ੍ਹਾਂ ਦਾ ਕੋਈ ਚੈਲੰਜਸ ਫੇਸ ਕਰਦਾ, ਦੇ ਹੈਵ ਟੂ ਗੋ ਬੈਕ ਟੂ ਦੈਟ ਕਾਲਜ ਐਂਡ ਉਹਨਾਂ ਦੇ ਨਾਲ ਬੈਠ ਕੇ ਵੀ ਮੈਨੂੰ ਕਿਉਂ ਨਹੀਂ ਮਿਲ ਰਿਹਾ, ਮੇਰੇ ਨਾਲ ਲੈਟਸ ਫਾਈਂਡ ਆਊਟ ਕਿ ਡੈਫੀਸ਼ੀਐਂਸੀਜ਼ ਕਿੱਥੇ ਹੈਗੀਆਂ। ਕਿਤੇ ਨਾ ਕਿਤੇ ਡੈਫੀਸ਼ੀਐਂਸੀਜ਼ ਹੋਣਗੇ ਨਾ, ਹੋ ਸਕਦਾ ਅਪਰੋਚ ਵਿੱਚ ਗਲਤ ਹੋਵੇ, ਹੋ ਸਕਦਾ ਕਿ ਮੈਂ ਗਲਤ ਇੰਪਲੋਇਰ ਨੂੰ ਕੰਟੈਕਟ ਕਰਦਾ ਹੋਵਾਂ, ਹੋ ਸਕਦਾ ਕਿ ਮੈਨੂੰ ਪਤਾ ਹੀ ਨਾ ਹੋਵੇ ਕਿ ਮੈਂ ਇੰਪਲੋਇਰ ਜਿਹੜੇ ਜਿਨ੍ਹਾਂ ਕੋਲ ਪ੍ਰੋਪਰ ਕੰਪਨੀ ਸੀ ਨਹੀਂ, ਮੈਂ ਉੱਥੇ ਅਪਲਾਈ ਕਰ ਰਿਹਾ। ਦੇयर ਵਿਲ ਬੀ ਅ ਮਿਸਮੈਚ ਆਫ ਅੰਡਰਸਟੈਂਡਿੰਗ ਹੋ ਸਕਦਾ, ਤੁਹਾਡੇ ਰੈਜ਼ੂਮੇ ਦੇ ਵਿੱਚ ਪ੍ਰੋਬਲਮ ਹੋ ਸਕਦੀ ਆ, your communication skills may not be as adequate ਜਿਹੜਾ ਉਹ employer ਲੱਭਦਾ। there are so many factors, but ਜੇ ਅਸੀਂ ਜਨਰਲੀ ਸਪੀਕਿੰਗ ਜਿੱਥੇ ਜੌਬਸ ਹੈਗੀਆਂ, ਜਿਹੜੇ ਕਰੀਅਰਸ ਦੇ ਵਿੱਚ ਆਪਾਂ ਟ੍ਰੇਡਸ ਦੀ ਗੱਲ ਕਰ ਰਹੇ ਹਾਂ, ਹੁਣ ਇਹਦਾ ਜ਼ਰੂਰੀ ਨਹੀਂ ਕਿ ਜਿੰਨੇ ਵੀ ਪਲੰਬਰ ਹੈ ਜੀ ਸਾਰਿਆਂ ਨੂੰ ਜੌਬ ਮਿਲਦੀ ਹੈ। ਇਹ ਵੀ ਨਹੀਂ ਆ ਕਿ ਜਿੰਨੇ ਵੀ ਪਰਸਨਲ ਸਪੋਰਟ ਵਰਕਰ ਸਾਨੂੰ ਮਤਲਬ 80 to 90% ਹੈਗੇ ਆ ਜਿਨ੍ਹਾਂ ਨੂੰ ਮਿਲਦੀ ਆ। ਇਹਦੇ ਵਿੱਚ ਚਾਂਸਿਸ ਪ੍ਰੋਬੇਬਿਲਿਟੀ ਆਫ ਫਾਈਂਡਿੰਗ ਅ ਜੌਬ ਇਜ਼ 80 to 90%। ਸਰਟਨ ਸੈਕਟਰਸ ਹੈਗੇ ਜਿੱਥੇ ਪ੍ਰੋਬੇਬਿਲਿਟੀ ਆਫ ਫਾਈਂਡਿੰਗ ਅ ਜੌਬ 10% ਹੈ ਔਰ ਈਵਨ 5% ਹੈ। ਤਾਂ ਅਸੀਂ ਕਿਉਂ ਉੱਧਰਲੇ ਪਾਸੇ ਜਿੱਥੇ ਜਾਈਏ ਜਿੱਥੇ 5 to 10% ਦੀ ਪ੍ਰੋਬੇਬਿਲਿਟੀ ਹੈਗੀ ਆ। ਇਹ ਨਹੀਂ ਕਿ ਉੱਥੇ ਜੌਬਸ ਨਹੀਂ ਹੈਗੀਆਂ ਆ, ਬਟ ਵੈਰੀ ਲੈਸ। ਅਤੇ ਜਿਹੜੇ ਉੱਥੇ ਤੁਹਾਨੂੰ ਯੂ ਹੈਵ ਟੂ ਕੰਪੀਟ ਵਿਦ ਹਾਈ ਸਕਿਲਡ ਪੀਪਲ। ਸੋ ਇਟਸ ਇੰਡੀਵਿਜੂਅਲ ਟੂ ਇੰਡੀਵਿਜੂਅਲ ਅਪਰੋਚ ਹੋ ਜਾਂਦੀ ਹੈ। ਸੋ ਬੈਸਟ ਇਹ ਹੈ ਕਿ ਹੈਵ ਦੀ ਆਪਣੀ ਇਨਫੋਰਮੇਸ਼ਨ ਇਕੱਠੀ ਕਰੋ, ਮੀਟ ਵਿਦ ਅ ਕਾਲਜ, ਸਿਰ ਖਾਓ ਉਹਨਾਂ ਦਾ, ਪਤਾ ਕਰੋ ਕਿ ਕਿਹੜੇ ਆਊਟਕਮ ਹੋ ਸਕਦੇ ਆ। ਜਦੋਂ ਤੁਸੀਂ ਗ੍ਰੈਜੂਏਟ ਹੋ ਜਾਂਦੇ ਆ, ਜਦੋਂ ਪੜ੍ਹ ਲੈਂਦੇ ਆ, ਐਂਡ ਦੈਨ ਤੁਹਾਨੂੰ ਨਾ ਪਹਿਲੀ ਗੱਲ ਇਹ ਵੀ ਹੈ ਕਿ ਹੁਣ ਤੁਹਾਨੂੰ 2-2, 3-3 ਸਾਲ ਪੜ੍ਹਨ ਦੀ ਲੋੜ ਨਹੀਂ ਜੀ। ਆਈ ਮੀਨ ਜੇ ਤੁਸੀਂ ਆਲਰੇਡੀ ਇੱਥੇ ਪੜ੍ਹ ਚੁੱਕੇ ਆ, ਯੂ ਆਰ 25 years plus actually or 30 years, get a career related, 4-6 ਮਹੀਨੇ 8 ਮਹੀਨੇ ਸਾਲ ਮੈਕਸੀਮਮ ਇੱਦਾਂ ਦੇ ਕੋਈ ਪ੍ਰੋਗਰਾਮਸ ਤੁਹਾਡੇ ਕੋਲ ਹੋਣ ਜਿਹਦੇ ਵਿੱਚ ਕਿ ਤੁਸੀਂ ਜੋਬ ਮਾਰਕੀਟ ਵਿੱਚ ਛੇਤੀ ਵੱਧ ਸਕੋ। ਜੇ ਤੁਸੀਂ 2-2, 3-3 ਸਾਲ ਦੇ ਕੋਈ ਡਿਪਲੋਮਾ ਲੈ ਕੇ ਨਿਕਲੋਗੇ, ਉਦੋਂ ਤੱਕ ਤਾਂ ਇੰਪਲੋਇਰ ਦੀਆਂ ਰਿਕੁਆਇਰਮੈਂਟ ਫੇਰ ਚੇਂਜ ਹੋ ਜਾਣੀਆਂ, ਫਿਰ ਤਾਂ ਤੁਸੀਂ ਉਸ ਦੇ ਤੋਂ ਕਦੇ ਵੀ ਬਾਹਰ ਨਹੀਂ ਨਿਕਲ ਪਾਓਗੇ। ਆਪਣਾ ਕਮਲਜੀਤ ਜੀ, ਇੱਕ ਮੈਸੇਜ ਹੈ ਮਨਜਿੰਦਰ ਹੋਰਾਂ ਦਾ ਕਿ ਮੈਂ 1 ਸਾਲ ਇਲੈਕਟ੍ਰੀਸ਼ੀਅਨ ਨਾਲ ਕੰਮ ਕੀਤਾ, ਵਾਅਦਾ ਸੀ ਕਿ ਤੈਨੂੰ ਮਤਲਬ ਕੁਛ ਰਜਿਸਟਰਡ ਅਪ੍ਰੈਂਟਿਸਸ਼ਿਪ ਦਾ ਕੋਈ ਵਾਅਦਾ ਸੀ, ਅਤੇ ਪਰ ਹੋ ਕੇ ਗਿਆ ਕਿ ਹੁਣ ਤਾਂ ਸਿਰਫ ਉਹ ਫਰੈਸ਼ਰ ਨੂੰ ਹਾਇਰ ਕਰਦੇ ਨੇ ਅਤੇ ਗੱਲ ਬਣੀ ਨਹੀਂ। ਕਹਿੰਦੇ ਗੱਲਾਂ ਤਾਂ ਚੰਗੀਆਂ ਲੱਗਦੀਆਂ ਸਕਿੱਲ ਲਰਨਿੰਗ ਦੀਆਂ, ਹੁਣ ਕਹਿੰਦੇ ਅਲਟੀਮੇਟਲੀ ਮੈਂ ਟਰੱਕ ਚਲਾ ਰਿਹਾ। ਸ਼ਮੀਰ ਜੀ, ਐਕਚੁਅਲੀ ਹੋਰ ਵੀ ਆ, ਆਪਣੀ ਸ਼ਾਇਦ ਆਦਤ ਆ, ਜਿਹੜੇ ਇਮੀਗ੍ਰੈਂਟਸ ਹੈਗੇ ਅਸੀਂ ਕੰਪਲੇਂਟ ਨਹੀਂ ਕਰਦੇ। ਜੇ ਮੇਰੇ ਨਾਲ ਕੋਈ ਗਲਤ ਹੋ ਰਿਹਾ ਆ, ਇਟ ਇਜ਼ ਮਾਈ ਰਿਸਪੋਂਸਿਬਿਲਿਟੀ, ਮੈਂ ਅਥਾਰਟੀਜ਼ ਨਾਲ ਕੰਪਲੇਂਟ ਵੀ ਕਰਾਂ ਨਾ। ਇਹ ਨਹੀਂ ਕਿ ਸਿਰਫ ਉਹਦਾ ਜੋ ਬੰਦਾ ਕਹਿੰਦਾ ਇੰਪਲੋਇਰ ਮੈਨੂੰ ਜੋ ਕਰਦਾ ਉਹਦੇ ਹਿਸਾਬ ਨਾਲ ਮੈਂ ਤੁਰਿਆ ਵਾ। ਯੂ ਹੈਵ ਟੂ ਕੰਪਲੇਂਟ ਐਜ਼ ਵੈਲ। ਦੇਰ ਇਜ਼ ਜੇ ਇੱਥੇ ਸਿਸਟਮ ਹੈਗਾ, ਕਿਉਂਕਿ ਅਸੀਂ ਉਸ ਕੰਟਰੀਆਂ ਤੋਂ ਆਏ ਹਾਂ ਜਿੱਥੇ ਕੰਪਲੇਂਟ ਦਾ ਕੋਈ ਮਤਲਬ ਨਹੀਂ ਨਿਕਲਦਾ। ਇੱਥੇ ਐਟਲੀਸਟ ਨਿਕਲ ਦੀ ਸੰਭਾਵਨਾ ਕਿਤੇ ਜ਼ਿਆਦਾ ਆ। ਸੋ ਇਫ ਯੂ ਆਰ ਨਾਟ ਹੈਪੀ ਵਿਦ ਐਨੀਥਿੰਗ, ਦੇਰ ਆਰ ਰੂਲਸ ਐਂਡ ਰੈਗੂਲੇਸ਼ਨਸ ਦੈਨ ਯੂ ਸ਼ੁੱਡ ਬੀ ਕੰਪਲੇਨਿੰਗ ਅਬਾਊਟ ਦੈਮ ਐਕਚੁਅਲੀ। ਰਿਪੋਰਟ ਦੀਸ ਇੰਸੀਡੈਂਟਸ ਐਕਚੁਅਲੀ, ਨਾ ਕਿ ਅਸੀਂ ਆਪਣੇ ਆਪ ਦੇ ਵਿੱਚ ਉਸ ਚੀਜ਼ ਨੂੰ ਫਿਕਸ ਕਰਾਂਗੇ, ਇੱਕ ਕਮਿਊਨਿਟੀ ਨੂੰ ਵੀ ਫਿਕਸ ਕਰਾਂਗੇ। ਇਹ ਸਾਡੀ ਮੋਰਲ ਰਿਸਪੋਂਸਿਬਿਲਿਟੀ ਵੀ ਹੈ। ਕੰਪਲੇਨ ਕਰੋ ਉਸ ਬੰਦੇ ਬਾਰੇ, ਜਿਹੜੇ ਵੀ ਅਥਾਰਟੀਜ਼ ਹੈਗੀਆਂ ਉਹਨੂੰ ਰਿਪੋਰਟ ਕਰੋ ਨਾ, ਸੋ ਦੈਟ ਐਟਲੀਸਟ ਦੈਟ ਤੁਹਾਡੇ ਨਾਲ ਜੇ ਇਹ ਗਲਤ ਹੋਇਆ ਤਾਂ ਕਿਸੇ ਹੋਰ ਨਾਲ ਨਹੀਂ ਫਿਰ ਹੋਊਗਾ। ਮੇਰਾ ਖਿਆਲ ਹੈ ਇਹ ਵੀ ਇੱਕ ਇੰਪੋਰਟੈਂਟ ਫੈਕਟਰ ਹੈ ਜਿਹਦੇ ਕਰਕੇ ਜਿਹੜੇ ਬਹੁਤ ਸਾਰੇ ਇੰਪਲੋਇਰਸ ਜਾਂ ਹੋਰ ਜਿਹੜੇ ਤਰਜੀਹ ਦਿੰਦੇ ਨੇ ਇਮੀਗਰੈਂਟ ਨੂੰ ਕਿ ਇਹਨਾਂ ਨੇ ਸ਼ਿਕਾਇਤ ਨਹੀਂ ਕਰਨੀ,
ਬਿਲਕੁਲ ਹੈ ਜੀ, ਇਹਨਾਂ ਨੂੰ ਅਸੀਂ ਬਿਲਕੁਲ ਐਕਸਪਲੋਇਟ ਕਰ ਸਕਦੇ ਹਾਂ ਆਪਣੀ ਮਰਜ਼ੀ ਨਾਲ। ਬਿਲਕੁਲ ਐਕਸਪਲੋਇਟ ਵੀ ਉਹੀ ਹੁੰਦਾ ਜੀ ਜਿਹੜਾ ਕਰਨ ਜੇ ਮੈਂ ਤੁਹਾਨੂੰ ਨਾ ਕਰਨ ਦੇਵਾਂ ਤਾਂ ਮੈਂ ਨਹੀਂ ਹੋਣਾ। ਜੇ ਮੇਰੇ ਵਿੱਚ ਹੀ ਕਮੀਆਂ ਹੋਣਗੀਆਂ ਤਾਂ ਮੈਂ ਵੀ ਫਿਰ 4 ਸੋਚੂੰਗਾ ਕਿ ਮੈਂ ਤਾਂ ਆਪ ਗਲਤ ਕੰਮ ਕਰ ਰਿਹਾ, ਸੋ ਫਿਰ ਓਬਵੀਅਸਲੀ ਮੇਰਾ ਵੀ ਉਸ ਹਿਸਾਬ ਨਾਲ ਆਊਟਕਮ ਹੋ ਜਾਂਦਾ। ਸੋ ਆਈ ਥਿੰਕ ਇਟਸ ਆਲਸੋ ਇਨ ਆਵਰ DNA ਕਹਿ ਲਓ ਕਿ ਅਸੀਂ ਕਈ ਵਾਰੀ ਉਸ ਚੀਜ਼ ਨੂੰ ਨਹੀਂ ਉਸ ਲੈਵਲ 'ਤੇ ਜਾਂਦੇ, ਅਸੀਂ ਉਸ ਕਨਫਰੰਟ ਨੂੰ ਅਸੀਂ ਕਹਿੰਦੇ ਚਲੋ ਛੱਡੋ ਹੋ ਪਰੇ ਕਰੋ। ਐਂਡ ਇਹਦਾ ਹੀ ਫਿਰ ਐਡਵਾਂਟੇਜ ਲੈਂਦੇ ਆ ਇਸ ਤਰ੍ਹਾਂ ਦੇ ਜਿਹੜੇ ਲੋਕ ਆ ਜਾਂ ਜਿਹੜੇ ਅਸੀਂ ਅਲਟੀਮੇਟਲੀ ਖੜੇ ਫਿਰ ਇੱਥੇ ਆ ਕਿ ਹੁਣ ਇਹ ਸਾਰੀ ਸਿਚੁਏਸ਼ਨ ਦੇ ਵਿੱਚ ਦੋਵੇਂ ਸੈਕਸ਼ਨ ਨੇ, ਇੱਕ ਤਾਂ ਜਿਹੜਾ ਡੋਮੈਸਟਿਕ ਸਟੂਡੈਂਟ ਹੈ ਇੱਥੋਂ ਦਾ ਹੀ ਜੀ ਜਿਹੜੀ ਸਕੂਲਿੰਗ ਹੈ, ਦੂਸਰਾ ਜਿਹੜਾ ਬਾਹਰੋਂ ਆਇਆ ਜੀ। ਹੁਣ ਦੋਨਾਂ ਦੇ ਅਲੱਗ-ਅਲੱਗ ਚੈਲੰਜਸ ਨੇ, ਦੋਨਾਂ ਨੂੰ ਹੁਣ ਕਿਵੇਂ ਲੇਬਰ ਮਾਰਕੀਟ 'ਚ ਲੈ ਕੇ ਜਾਣਾ, ਇਹ ਇੱਕ ਅਸਲ 'ਚ ਕਲੈਕਟਿਵ ਰਿਸਪੋਂਸੀਬਿਲਿਟੀ ਗਵਰਨਮੈਂਟ ਦੀ ਹੋਣੀ ਚਾਹੀਦੀ ਹੈ। ਆਪਾਂ ਤਾਂ ਉਹਦੇ ਚੈਲੰਜਸ ਹੀ ਡਿਸਕਸ ਕਰ ਰਹੇ ਹਾਂ। ਹਾਂਜੀ, ਐਗਰੀ। ਆਈ ਥਿੰਕ ਇਹਦੇ ਵਿੱਚ ਇੰਸਟੀਟਿਊਸ਼ਨਸ ਹੈਜ਼ ਟੂ ਪਲੇ ਅ ਬਿਗ ਰੋਲ। ਗਵਰਨਮੈਂਟ ਦੀ ਸਪੋਰਟ ਤਾਂ ਓਬਵੀਅਸਲੀ ਹੋਣੀ ਆ। ਉਹਨਾਂ ਨੇ ਤਾਂ ਕਹਿਣਾ ਹੈ ਕਿ ਦੈਟਸ ਵਾਟ ਦ ਮੇਨ ਪਰਪਸ ਆਫ ਇੰਸਟੀਟਿਊਸ਼ਨਸ, ਬੇਸਿਕਲੀ ਤੁਸੀਂ ਆਪਣੇ ਗ੍ਰੈਜੂਏਟਸ ਨੂੰ ਇਸ ਇੰਪਲੋਇਮੈਂਟ ਲਈ ਰੈਡੀ ਕਰੋ। ਸੋ ਇੰਸਟੀਟਿਊਸ਼ਨਸ ਹੈਜ਼ ਟੂ ਪਲੇ ਅ ਰੋਲ, provide more information, provide the counselling actually, try to assess them ਕਿ ਕਿਸ ਬੱਚੇ ਦੀ ਕਿਹੜੀ ਅਸੈਸਮੈਂਟ ਮਤਲਬ ਕੀ ਸਟਰੈਂਥ ਆ, ਕੀ ਵੀਕਨੈਸ ਆ, ਲੈਂਗੁਏਜ ਪ੍ਰੋਫੀਸ਼ੀਐਂਸੀ ਕਿੰਨੀ ਹੈਗੀ ਆ, ਕਿੱਥੇ ਉਹਨਾਂ ਦਾ ਇੰਟਰਸਟ ਹੈਗਾ। ਦੇਰ ਸੋ ਮੈਨੀ ਆਪਸ਼ਨਸ ਐਕਚੁਅਲੀ। For example, not every job is good for every male, not every job is good for every female. There are certain sectors ਦੇ ਵਿੱਚ female better fit into that actually. There are certain things ਜਿਹਦੇ ਵਿੱਚ ਕ੍ਰੀਏਟੀਵਿਟੀ ਦੀ ਲੋੜ ਨਹੀਂ ਹੁੰਦੀ ਆ। ਫੋਰ ਐਗਜ਼ਾਮਪਲ ਐਨੀ ਐਡਮਿਨਿਸਟ੍ਰੇਟਿਵ ਜੋਬਸ, ਐਨੀ ਐਡਮਿਨਿਸਟ੍ਰੇਟਿਵ, ਤੁਸੀਂ ਕਿਸੇ ਆਫਿਸ ਦੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਦੇਖ ਲਓ, ਬਿਜ਼ਨਸ ਦੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਦੇਖ ਲਓ, ਜਾਂ ਅਕਾਊਂਟਿੰਗ ਦੇ ਵਿੱਚ ਐਡਮਿਨਿਸਟ੍ਰੇਸ਼ਨ ਦੇ ਵਿੱਚ ਦੇਖ ਲਓ, ਜਾਂ ਤੁਸੀਂ ਟੈਕਨੀਕਲ ਸਾਈਡ ਦੇ ਵਿੱਚ ਵੀ ਐਡਮਿਨਿਸਟ੍ਰੇਟਿਵ ਦੀ ਜੋਬ ਹੈਗੀਆਂ। ਫੋਰ ਐਗਜ਼ਾਮਪਲ ਨੈਟਵਰਕ ਐਡਮਿਨਿਸਟ੍ਰੇਸ਼ਨਸ ਹੈਗੇ ਆ, ਨੈਟਵਰਕ ਐਡਮਿਨਿਸਟ੍ਰੇਟਰਸ ਹੈਗੇ ਆ, ਜਾਂ ਡੇਟਾਬੇਸ ਐਡਮਿਨਿਸਟ੍ਰੇਟਰਸ ਹੈਗੇ ਆ। ਐਡਮਿਨਿਸਟ੍ਰੇਟਿਵ ਜੋਬਸ ਆਰ ਈਜ਼ੀ ਟੂ ਗੈਟ ਇਨ ਕਿਉਂਕਿ ਐਡਮਿਨਿਸਟ੍ਰੇਟਿਵ ਨੇਚਰ ਦੇ ਵਿੱਚ ਹੈਗੀਆਂ ਉਹ ਚੀਜ਼ਾਂ ਆਲਰੇਡੀਆਂ ਬਣੀਆਂ ਹੋਈਆਂ। ਤੁਹਾਨੂੰ ਸਿਰਫ ਉਹਨਾਂ ਨੂੰ ਸਿੱਖਣਾ ਹੈ ਕਿ ਹਾਊ ਟੂ ਆਪਰੇਟ। ਨਵੀਂ ਚੀਜ਼ ਕੋਈ ਕਰਨ ਦੀ ਲੋੜ ਨਹੀਂ ਹੁੰਦੀ। ਸੋ ਦੇਰ ਸੋ ਮੈਨੀ ਥਿੰਗਸ ਲਾਈਕ ਦਿਸ। ਸੋ ਬੇਸਿਕਲੀ ਹੁਣ ਸਾਡਾ ਸਰਕਾਰ ਦਾ ਫੋਕਸ ਕਾਫੀ ਵੱਡੇ ਪੱਧਰ 'ਤੇ ਹੋਣਾ ਚਾਹੀਦਾ ਸਕਿੱਲ ਟ੍ਰੇਨਿੰਗ 'ਚ। ਅਦਰਵਾਈਜ਼ ਨਹੀਂ ਤਾਂ ਫਿਰ ਮਤਲਬ ਇੱਕ ਵੱਡਾ ਸੈਕਸ਼ਨ ਸਿਵਾਏ ਕ੍ਰਾਈਮ 'ਚ ਦੇ ਰਸਤੇ 'ਤੇ ਜਾਣ ਦੇ। ਜਿਵੇਂ ਮੈਂ ਆਪਣਾ ਇੱਥੇ ਕਿਸੇ ਦੋਸਤ ਦਾ ਮੈਸੇਜ ਵੀ ਹੈ, ਮੇਰਾ ਖਿਆਲ ਹੈ ਪਰਮ ਧੁੱਗਾ ਹੋਰਾਂ ਦਾ, ਕਿ ਜਿਹੜਾ ਫਿਰ ਕ੍ਰਾਈਮ 'ਚ ਜਦੋਂ ਜਾ ਰਿਹਾ ਇਸੇ ਕਰਕੇ ਜਾ ਰਿਹਾ ਜਦੋਂ ਉਹਦੇ ਕੋਲ ਕੋਈ ਸਕਿੱਲ ਨਹੀਂ ਹੈ ਅਤੇ ਉਹ ਕਿਸੇ ਸੈਕਟਰ 'ਚ ਆਪਣੀ ਪਛਾਣ ਨਹੀਂ ਬਣਾ ਪਾ ਰਿਹਾ ਜਿਹੜਾ ਸਟੂਡੈਂਟ, ਉਹਦੇ ਕੋਲ ਤਾਂ ਫਿਰ ਬਿਲਕੁਲ ਕ੍ਰਾਈਮ ਹੀ ਰਹਿ ਜਾਂਦਾ। ਇਟਸ ਅ ਬਾਈ ਪ੍ਰੋਡਕਟ ਆਫ ਇਟ ਐਕਚੁਅਲੀ। ਜਿਹੜਾ ਖਾਲੀ ਦਿਮਾਗ ਹੈਗਾ, ਜਿਹੜੀ ਉਹਦੀਆਂ ਐਸਪੀਰੇਸ਼ਨਸ ਨਹੀਂ ਮੀਟ ਹੁੰਦੀਆਂ ਜਦੋਂ ਨੋਰਮਲ ਚੈਨਲਸ ਤੋਂ ਲੈ ਕੇ, ਫਿਰ ਦੈਨ ਦਿਸ ਬੇਸਿਕਲੀ ਸੀਡਸ ਦੋਸ ਕਾਈਂਡ ਆਫ ਥਾਟਸ ਹੈ। ਸੋ ਜੇ ਗੱਲ ਨੂੰ ਅਸੀਂ ਆਪਣੇ ਖ਼ਤਮ ਕਰਨਾ ਹੋਏ ਕਿ ਇਸ ਵੇਲੇ ਬਹੁਤ ਵੱਡੇ ਪੁਸ਼ ਦੀ ਲੋੜ ਹੈ, ਬਹੁਤ ਵੱਡੇ ਹੰਭਲੇ ਦੀ ਲੋੜ ਹੈ, ਬਹੁਤ ਵੱਡੇ ਜਿਹੜੀ ਸਰਕਾਰ ਦੀ ਫੋਕਸ ਦੀ ਜ਼ਰੂਰਤ ਹੈ ਕਿ ਯੂਥ ਨੂੰ ਸਹੀ ਸਕਿੱਲ ਟ੍ਰੇਨਿੰਗ ਮਿਲੇ, ਨਹੀਂ ਤਾਂ ਅਦਰਵਾਈਜ਼ ਅਸੀਂ ਕ੍ਰਾਈਸਿਸ ਦੇ ਮੂੰਹ 'ਤੇ ਖੜ੍ਹੇ ਹਾਂ। ਐਗਰੀ ਬਿਲਕੁਲ ਠੀਕ ਹੈ। ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ।